Land utilization and agriculture. Part 2nd, lesson number 5th, geography part of PSCB and CBSE board. The short question answer in this single video. I am Surendra Kumar. Welcome on my YouTube channel. Just do it for a bright future. Today we are discussing about to the second part of the land utilization and agriculture. ਅੱਜ ਅਸੀਂ ਡਿਸਕਸ ਕਰਾਂਗੇ ਇਹਦੇ ਸੈਕੰਡ ਪਾਰਟ ਦੇ ਵਿੱਚ ਲੈਂਡ ਯੂਟਿਲਾਈਜੇਸ਼ਨ ਤੇ ਐਗਰੀਕਲਚਰ ਦੇ। ਫਸਟ ਪਾਰਟ ਦੇ ਵਿੱਚ ਅਸੀਂ ਇਹਦੇ ਵਿੱਚ ਡਿਸਕਸ ਕੀਤਾ ਸੀ ਇਹਦੇ ਚੈਪਟਰ ਦੇ ਬਾਰੇ ਫੁੱਲ ਐਕਸਪਲੇਨੇਸ਼ਨ ਸੀਗੀ ਤੇ ਉਸ ਦੇ ਵਿੱਚ ਹੀ ਅਸੀਂ ਵੈਰੀ ਸ਼ਾਰਟ ਕੁਐਸਚਨ ਆਨਸਰ ਨੂੰ ਕੰਪਲੀਟ ਕੀਤਾ ਹੈ। ਹੁਣ ਅਸੀਂ ਸਟਾਰਟ ਕਰਦੇ ਹਾਂ ਇਹਦੇ ਸੈਕੰਡ ਪਾਰਟ ਦੇ ਵਿੱਚ, ਜਿਹਦੇ ਵਿੱਚ ਅਸੀਂ ਇਹਦੇ ਸ਼ਾਰਟ ਕੁਐਸਚਨ ਆਨਸਰ ਨੂੰ ਡਿਸਕਸ ਕਰਾਂਗੇ। ਦੇਖੋ ਕੀ ਹੈ ਇਹ ਕੁਐਸਚਨ, ਵਾਈ ਇਜ਼ ਦੀ ਐਗਰੀਕਲਚਰ ਕਾਲਡ ਟੂ ਦੀ ਬੇਸਿਕ ਮੇਨਸਟੇ ਆਫ ਐਗਰੀਕਲਚਰ ਇਕਨੋਮਿਕ ਸਿਸਟਮ। ਕਿਉਂ ਅਸੀਂ ਜਿਹੜੀ ਖੇਤੀਬਾੜੀ ਆ ਉਹਨੂੰ ਆਰਥਿਕਤਾ ਦਾ ਮੇਨ ਜਾਂ ਬੇਸਿਕ ਕਨਸੈਪਟ ਕਿਹਾ ਜਾਂਦਾ ਵਾ, ਜਿਹਦੇ ਨਾਲ ਅਸੀਂ ਆਪਣੀ ਆਮਦਨ ਨੂੰ ਵਧਾ ਸਕਦੇ ਹਾਂ। ਦੇਖੋ ਕਿਉਂ ਕਿਹਾ ਜਾਂਦਾ, ਇਹ ਸਭ ਨੂੰ ਪਤਾ ਵੀ ਇੰਡੀਅਨ ਜਿਹੜੀ ਬੇਸ ਇਕੋਨਮੀ ਆ ਉਹ ਐਗਰੀਕਲਚਰ ਹੀ ਆ, ਤੇ ਐਗਰੀਕਲਚਰ ਜਿਹੜੀ ਕੰਟਰੀਬਿਊਟ ਕਰਦੀ ਆ ਉਹ ਨੈਸ਼ਨਲ ਪ੍ਰੋਡਕਸ਼ਨ ਦਾ ਜਾਂ ਨੈਸ਼ਨਲ ਇਨਕਮ ਦਾ 33.7% ਕਰਦੀ ਆ, ਤਾਂ ਕਰਕੇ ਸਟਿਲ ਹਾਲੇ ਵੀ ਬਹੁਤ ਇੰਪੋਰਟੈਂਟ ਆ। ਹੁਣ ਸੈਕਿੰਡ ਪਾਰਟ ਕਿਹਾ ਗਿਆ, ਦੇਖੋ 2 and 3rd ਪਾਰਟ ਆਫ ਦੀ ਆਵਰ ਐਗਰੀਕਲਚਰ ਦੇ ਜਿਹੜੇ ਪੋਪੂਲੇਸ਼ਨ ਆ ਉਹ ਐਗਰੀਕਲਚਰ ਦੇ ਉੱਤੇ ਹੀ ਡਿਪੈਂਡ ਕਰਦੀ ਆ, ਤੇ ਐਗਰੀਕਲਚਰ ਤੋਂ ਹੀ ਉਹਨਾਂ ਨੂੰ ਖਾਣ ਨੂੰ ਤੇ ਇਨਕਮ ਦਾ ਵੀ ਇੱਕ ਰਿਸੋਰਸ ਬਣਦੀ ਆ। ਐਗਰੀਕਲਚਰ ਸੈਕਟਰ ਪ੍ਰੋਵਾਈਡ ਦੀ ਇੰਪਲੋਇਮੈਂਟ 2 and 3rd ਲੇਬਰ ਵੀ 2/3 ਹਿੱਸਾ ਜਿਹੜਾ ਲੇਬਰ ਦਾ ਵਾ ਕੰਟਰੀ ਦਾ, ਉਹ ਪੂਰੀ ਤਰ੍ਹਾਂ ਜਿਹੜੀ ਉਹਨੂੰ ਜੌਬ ਜਿਹੜੀ ਪ੍ਰੋਵਾਈਡ ਕਰਦੀ ਆ ਉਹ ਕੌਣ ਕਰਦੀ ਆ, ਐਗਰੀਕਲਚਰ ਕਰਦੀ ਆ। ਮੋਸਟ ਆਫ ਇੰਡਸਟਰੀ ਦਾ ਜਿਹੜਾ ਰॉ ਮਟੀਰੀਅਲ ਆ, ਕੱਚਾ ਮਾਲ ਆ, ਉਹ ਵੀ ਐਗਰੀਕਲਚਰ ਤੋਂ ਹੀ ਮਿਲਦਾ ਵਾ। ਇਨ ਦੀ ਇਫੈਕਟ ਆਫ ਐਗਰੀਕਲਚਰ ਸਟਰਕਚਰ ਜਿਹੜਾ ਵਾ ਉਹ ਵੀ ਬਿਲਡ ਕੀਤਾ ਜਾਂਦਾ, ਉਹ ਕਿਤੋਂ ਬਣਦੀ ਆ, ਉਹਦੀ ਫਾਊਂਡੇਸ਼ਨ ਕੌਣ ਆ, ਐਗਰੀਕਲਚਰ ਆ। ਜੇਕਰ ਐਗਰੀਕਲਚਰ ਹੀ ਨਾ ਹੋਵੇ ਤਾਂ ਕੋਈ ਵੀ ਇੰਡਸਟਰੀ ਜਿਹੜੀ ਉਹ ਬਣ ਜਾਂ ਉਹ ਅੱਗੇ ਸਟੇ ਨਹੀਂ ਕਰ ਸਕਦੀ। ਇਹ ਦਿਖਾਇਆ ਗਿਆ ਐਗਰੀਕਲਚਰ ਲੈਂਡ ਜਿਹੜੀ ਆ ਇੰਡੀਆ ਦੇ ਵਿੱਚ, ਉਹਦੇ ਬਾਰੇ ਰਿਪਰੈਜ਼ੈਂਟੇਸ਼ਨ ਕੀਤੀ ਗਈ ਆ। ਸੈਕਿੰਡ ਦੇਖੋ ਕੀ ਆ, ਵਟ ਵਾਸ ਦੀ ਮੇਨ ਫੀਚਰ ਆਫ ਦੀ ਗ੍ਰੀਨ ਰੈਵੋਲਿਊਸ਼ਨ। ਹੁਣ ਹਰੀ ਕ੍ਰਾਂਤੀ ਦੇ ਸਾਨੂੰ ਕੀ ਮੇਨ ਵਿਸ਼ੇਸ਼ਤਾ ਦੱਸਦੀਆਂ ਨੇ। ਹਰੀ ਕ੍ਰਾਂਤੀ ਸਭ ਨੂੰ ਪਤਾ ਵੀ ਉਹਨੇ ਇਨਕਰੇਜ ਕੀਤਾ ਸੀ ਕਿਹਨੂੰ, ਮਸ਼ੀਨ ਜਾਂ ਮੈਕਨਾਈਜ਼ਡ ਐਗਰੀਕਲਚਰ ਨੂੰ, ਯਾਨੀ ਕਿ ਮਸ਼ੀਨੀ ਖੇਤੀ ਨੂੰ ਉਹਨੇ ਪ੍ਰੋਤਸਾਹਿਤ ਕੀਤਾ ਸੀ ਜਾਂ ਉਹਨੂੰ ਇਨਕਰੇਜ ਕੀਤਾ ਸੀਗਾ। ਅਤੇ ਇਸ ਦੇ ਨਾਲ ਸਾਡੀ ਜਿਹੜੀ ਟੋਟਲ ਪ੍ਰੋਡਕਸ਼ਨ ਸੀ ਉਹਦੇ ਵਿੱਚ ਵੀ ਇਨਕਰੀਜ਼ ਹੋਇਆ। ਪਲੈਗਿੰਗ, ਪਲਾਂਟਿੰਗ ਐਂਡ ਦੀ ਸੀਡਸ ਐਂਡ ਹਾਰਵੈਸਟਿੰਗ ਡਨ ਬਾਈ ਦੀ ਮਸ਼ੀਨ, ਵੀ ਅਸੀਂ ਚਾਹੇ ਉਹਨੂੰ ਲਗਾਉਣਾ ਹੋਵੇ, ਕੋਈ ਵੀ ਚੀਜ਼ ਲਗਾਉਣੀ ਹੋਵੇ, ਪਲਾਂਟ ਕਰਨੇ ਹੋਣ ਜਾਂ ਬੀਜ ਖੰਡਾਰਨੇ ਹੋਣ ਜਾਂ ਉਹਦੀ ਕਟਿੰਗ ਕਰਨੀ ਹੋਵੇ ਜਾਂ ਕਿ ਵਾਢੀ ਕਰਨੀ ਹੋਵੇ ਜਾਂ ਕਟਾਈ ਕਰਨੀ ਹੋਵੇ, ਉਹ ਵੀ ਸਾਰੀ ਮਸ਼ੀਨਾਂ ਨਾਲ ਕੀਤੀ ਜਾਂਦੀ ਸੀ। ਫਰਟੀਲਾਈਜ਼ਰ ਅਤੇ ਬੈਟਰ ਸੀਡ ਜਿਹੜੇ ਨੇ ਉਹ ਇਹਦੇ ਵਿੱਚ ਯੂਜ਼ ਕਰਨ ਲੱਗੇ, ਤਾਂ ਇਹ ਹਰੀ ਕ੍ਰਾਂਤੀ ਦਾ ਇੱਕ ਸਭ ਤੋਂ ਮੇਨ ਫੀਚਰ ਮੰਨਿਆ ਗਿਆ। ਥਰਡ ਕੁਐਸਚਨ ਹੈ, ਵਿਚ ਆਈਟਮਸ ਆਰ ਇਨਕਲੂਡਡ ਇਨ ਦੀ ਐਗਰੀਕਲਚਰ ਸਾਈਡ। ਐਗਰੀਕਲਚਰ ਸਾਈਡ ਦੇ ਵਿੱਚ ਅਸੀਂ ਕਿਹੜੀਆਂ ਆਈਟਮਾਂ ਨੂੰ ਇਨਕਲੂਡ ਕਰਦੇ ਹਾਂ। ਦੇਖੋ ਐਗਰੀਕਲਚਰ ਦੇ ਵੀ ਬਹੁਤ ਸਾਰੀਆਂ ਹੁੰਦੀਆਂ, ਜਿਵੇਂ ਲਾਈਵ ਸਟਾਕ ਫਾਰਮਿੰਗ, ਫਿਸ਼ਰਸ ਹੋ ਗਿਆ, ਫੋਰੈਸਟਰੀ ਹੋ ਗਿਆ, ਸੋਲੀਕਲਚਰਲ ਹੋ ਗਿਆ, ਅਤੇ ਬੀ ਹੈਵਿੰਗਸ ਹੋ ਗਿਆ, ਪੋਲਟਰੀ ਫਾਰਮਿੰਗ ਹੋ ਗਿਆ। ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਕੱਲ੍ਹ ਐਗਰੀਕਲਚਰ ਦੇ ਵਿੱਚ ਇਨਕਲੂਡ ਕੀਤੀਆਂ ਜਾਣ ਲੱਗੀਆਂ। ਉਸ ਤੋਂ ਬਾਅਦ ਹੈ ਐਕਸਪਲੇਨ ਦੀ ਡਿਫਰੈਂਸ ਬਿਟਵੀਨ ਟੂ ਦੀ ਐਗਰੀਕਲਚਰਲ ਪ੍ਰੋਡਕਟ ਐਂਡ ਪ੍ਰੋਡਕਟਿਵਿਟੀ। ਵੀ ਹੁਣ ਐਗਰੀਕਲਚਰ ਪ੍ਰੋਡਕਟ ਅਤੇ ਪ੍ਰੋਡਕਟਿਵਿਟੀ ਦੇ ਵਿੱਚ ਕੀ ਉਤਪਾਦਨ, ਖੇਤੀਬਾੜੀ ਉਤਪਾਦ ਅਤੇ ਉਤਪਾਦਕਤਾ ਦੇ ਵਿੱਚ ਕੀ ਫ਼ਰਕ ਹੁੰਦਾ। ਦੇਖੋ ਐਗਰੀਕਲਚਰ ਜਿਹੜਾ ਪ੍ਰੋਡਕਟ ਆ ਉਹ ਇਨਕਲੂਡ ਕਰਦਾ ਵਾ ਟੋਟਲ ਪ੍ਰੋਡਕਸ਼ਨ ਆਫ ਕ੍ਰੌਪਸ ਫਰੋਮ ਦੀ ਲੈਂਡ, ਵੀ ਇੱਕ ਜਗ੍ਹਾ ਦੇ ਵਿੱਚੋਂ ਕਿੰਨੀਆਂ ਫਸਲਾਂ ਦੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਉਤਪਾਦਨ ਹੁੰਦਾ ਵਾ। ਅਤੇ ਪ੍ਰੋਡਕਟਿਵਿਟੀ ਇਹ ਚੀਜ਼ ਦੱਸਦੀ ਆ ਵੀ ਉਹ ਧਰਤੀ ਦੀ ਕਿੰਨੀ ਜ਼ਿਆਦਾ ਉਪਜਾਊ ਸ਼ਕਤੀ ਆ। ਫਰਟੀਲਿਟੀ ਦੱਸਦੀ ਆ ਵੀ ਉਹ ਕਿੰਨੀ ਜ਼ਿਆਦਾ ਫਰਟਾਈਲ ਆ। ਅਤੇ ਮੋਰ ਦੀ ਆ ਪ੍ਰੋਡਕਟਿਵਿਟੀ, ਤਾਂ ਇਹਦਾ ਮਤਲਬ ਕੀ ਆ, ਮੋਰ ਐਗਰੀਕਲਚਰ ਪ੍ਰੋਡਕਸ਼ਨ, ਤਾਂ ਇਹ ਹੀ ਇਹਦੇ ਨਾਲ ਰਿਲਾਏ ਕਰਦੀ ਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਡਿਫਰੈਂਸ ਬਿਟਵੀਨ ਟੂ ਦੀ ਮਲਚਰਿਸ ਕੈਟਲ ਐਂਡ ਵਰਕਿੰਗ ਲੋਡਡ ਐਨੀਮਲਸ। ਕੀ ਫ਼ਰਕ ਹੈਗਾ ਵਾ, ਜਿਹੜੇ ਮਿਲਕ ਰਿਚ ਕੈਟਲ ਹੁੰਦੀ ਆ, ਦੁਧਾਰੂ ਪਸ਼ੂ ਹੁੰਦੇ ਆ, ਅਤੇ ਦੂਜੇ ਕੀ ਹੁੰਦੇ ਆ ਜਿਹੜੇ ਭਾਰ ਖਿੱਚਣ ਵਾਲੇ ਐਨੀਮਲਸ, ਦੇ ਵਿੱਚ ਕੀ ਫ਼ਰਕ ਹੁੰਦਾ। ਦੇਖੋ ਡੈਰੀ ਕੈਟਲ ਅਤੇ ਡਰਿਫਟ ਕੈਟਲ ਜਿਹੜੀ ਹੁੰਦੀ ਆ, ਜਿਵੇਂ ਕਾਓ, ਬਫੈਲੋਜ਼, ਇਹਨਾਂ ਨੂੰ ਡੈਰੀ ਕੈਟਲ ਕਿਹਾ ਜਾਂਦਾ। ਇਹਨਾਂ ਤੋਂ ਕੀ ਆ, ਦੁੱਧ ਪ੍ਰਾਪਤ ਕੀਤਾ ਜਾਂਦਾ ਕਿਉਂਕਿ ਇਹ ਸਾਨੂੰ ਦੁੱਧ ਮਿਲਦੇ ਆ। ਉਸ ਤੋਂ ਬਾਅਦ ਵੁੱਲ ਕਾਰਟਸ ਅਤੇ ਆਕਸਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਡਰਫਟ ਕਾਰਟ ਕਹਿੰਦੇ ਆ, ਕੈਟਲ ਕਹਿੰਦੇ ਆ। ਇਹਨੂੰ ਕੀ ਯੂਜ਼ ਕੀਤਾ ਜਾਂਦਾ ਤਾਂ ਜੋ ਕੀ ਆ, ਪਲੱਗਿੰਗ ਕੀਤੀ ਜਾ ਸਕੇ, ਯਾਨੀ ਕਿ ਵਾਹਿਆ ਜਾ ਸਕੇ, ਵੱਢਿਆ ਜਾ ਸਕੇ, ਜਾਂ ਕੋਈ ਵੀ ਜਗ੍ਹਾ ਕੋਈ ਵੀ ਐਗਰੀਕਲਚਰ ਪ੍ਰੋਡਕਟ ਨੂੰ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਨੂੰ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਡਿਫਰੈਂਸ ਬਿਟਵੀਨ ਦੀ ਕਰੰਟ ਫੈਲੋ ਲੈਂਡ ਐਂਡ ਓਲਡ ਫੈਲੋ ਲੈਂਡ। ਕਰੰਟ ਫੈਲੋ ਲੈਂਡ ਅਤੇ ਓਲਡ ਫੈਲੋ ਲੈਂਡ ਦੇ ਵਿੱਚ ਕੀ ਫ਼ਰਕ ਸੀਗਾ। ਦੇਖੋ ਕਰੰਟ ਅਤੇ ਓਲਡ ਜਿਹੜਾ ਫੈਲੋ ਲੈਂਡ ਆ ਉਹਦੇ ਵਿੱਚ ਡਿਫਰੈਂਸ ਕੀ ਆ। ਜਿਹੜਾ ਫੈਲੋ ਲੈਂਡ ਸੀਗੇ ਉਹ ਕੀ ਸੀਗੇ, ਮਾਰਜਨਲ ਲੈਂਡ ਸੀਗੇ, ਜਿਹਨੂੰ ਲੈਫਟ ਆਫ ਫ੍ਰੀ ਟਾਈਮ ਰੱਖਿਆ ਜਾਂਦਾ ਸੀ 1 ਸਾਲ ਦੇ ਲਈ। ਉਹਨਾਂ ਨੂੰ 1 ਸਾਲ ਦੇ ਲਈ ਉਹਨੂੰ ਪੂਰਾ ਫ੍ਰੀ ਰੱਖਿਆ ਜਾਂਦਾ ਸੀ ਇੱਕ ਵਾਢੀ ਤੋਂ ਬਾਅਦ, ਅਤੇ ਉਹਦੇ ਉੱਤੇ ਕੋਈ ਵੀ ਫਸਲ ਨਹੀਂ ਉਗਾਈ ਜਾਂਦੀ ਸੀ। 1 ਸਾਲ ਤੋਂ ਬਾਅਦ ਫਿਰ ਉਹ ਲੈਂਡ ਦੇ ਉੱਤੇ ਅਸੀਂ ਦੁਬਾਰਾ ਫਿਰ ਖੇਤੀ ਕਰ ਸਕਦੇ ਸੀ, ਉਹਨੂੰ ਅਸੀਂ ਕਰੰਟ ਫੈਲੋ ਲੈਂਡ ਕਹਿੰਦੇ ਸੀ। ਅਤੇ ਰਿਮੇਨਿੰਗ ਫੈਲੋ ਲੈਂਡ ਜਿਹੜੇ ਉਹ ਸੀਗੀਆਂ, ਜਿਨ੍ਹਾਂ ਓਲਡ ਫੈਲੋ ਲੈਂਡ ਕਿਹਾ ਜਾਂਦਾ ਸੀ, ਜਿਨ੍ਹਾਂ 'ਤੇ ਕੁਛ ਵੀ ਕਲਟੀਵੇਟਡ ਨਹੀਂ ਕੀਤਾ ਜਾਂਦਾ ਸੀ, ਯਾਨੀ ਕਿ ਕੁਛ ਵੀ ਨਹੀਂ ਬੀਜਿਆ ਜਾਂਦਾ ਸੀ, ਉਹਨੂੰ ਓਲਡ ਫੈਲੋ ਲੈਂਡ ਕਿਹਾ ਜਾਂਦਾ ਸੀ। ਯਾਨੀ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਸਮੇਂ ਤੱਕ ਖਾਲੀ ਛੱਡ ਕੇ ਫਿਰ ਉਸ ਤੋਂ ਦੁਬਾਰਾ ਫਿਰ ਅਸੀਂ ਉਹ ਤੋਂ ਕੋਈ ਵੀ ਫਸਲ ਲੈ ਸਕਦੇ ਹਾਂ, ਇਹਨੂੰ ਅਸੀਂ ਕਰੰਟ ਫੈਲੋ ਲੈਂਡ ਕਹਿੰਦੇ ਸੀ। 7th ਕੁਐਸਚਨ, ਨੇਮ ਆਫ ਦੀ ਮੇਨ ਪੈਡਲ ਗਰੋਇੰਗ ਏਰੀਆ ਆਫ ਦੀ
ਕੰਟਰੀ ਦੇ ਵਿੱਚ ਪੈੜੇ ਗਰੋਇੰਗ ਕਰਨ ਵਾਲੇ ਮੇਨ ਏਰੀਆ ਕਿਹੜੇ ਨੇ, ਉਹ ਸਭ ਨੂੰ ਪਤਾ ਵੀ ਜਿੱਥੇ ਜ਼ਿਆਦਾ ਰੇਨਫਾਲ ਹੁੰਦਾ ਹੋਊਗਾ, ਜਿਵੇਂ ਡੈਲਟਾ ਵਾ, ਈਸਟ ਦੇ ਵੈਸਟਰਨ ਕੋਸਟਲ ਪਲੇਨ ਆ, ਅਤੇ ਇਹ ਪਲੇਨਸ ਦੇ ਵਿੱਚ ਲੋਅਰ ਹਿੱਲ ਨੇ, ਨਾਰਥ ਈਸਟ ਇੰਡੀਆ ਦੇ ਵਿੱਚ ਲੋਅਰ ਸਲੋਪ ਹੈਗੀ ਆ ਹਿਮਾਲਿਆ ਦੀ, ਅਤੇ ਵੈਸਟ ਬੰਗਾਲ, ਬਿਹਾਰ, ਈਸਟਰਨ ਯੂਪੀ, ਛੱਤੀਸਗੜ੍ਹ ਅਤੇ ਨਾਰਥ ਆਂਧਰਾ ਪ੍ਰਦੇਸ਼, ਇਹ ਸਾਰੇ ਕੁਛ ਅਜਿਹੇ ਏਰੀਆ ਨੇ ਜਿੱਥੇ ਵਿੱਚ ਪੈਡਲਸ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਹੁੰਦੀਆਂ ਨੇ, ਅਤੇ ਕੁਛ ਕੁ ਏਰੀਆ ਨੇ ਜਿੱਥੇ ਲੋ ਰੇਨਫਾਲ ਹੁੰਦਾ ਵਾ, ਜਿਵੇਂ ਵੈਸਟ ਯੂਪੀ ਹੋ ਗਿਆ, ਹਰਿਆਣਾ, ਪੰਜਾਬ, ਅਤੇ ਇਹਦੇ ਨਾਲ ਲੱਗਦੇ ਡਿਸਟ੍ਰਿਕਟ ਜਿਹੜੇ ਰਾਜਸਥਾਨ ਦੇ ਨੇ, ਉੱਥੇ ਵੀ ਇਹਨਾਂ ਦੀ ਖੇਤੀ ਕੀਤੀ ਜਾਂਦੀ ਆ। ਉਸ ਤੋਂ ਬਾਅਦ ਹੈ ਵਟ ਆਰ ਦੀਆਂ ਮੇਨ ਯੂਜ਼ਿਸ ਆਫ ਫੋਰੈਸਟ ਦੇ ਕੀ ਵਿਸ਼ੇਸ਼ਤਾਵਾਂ ਨੇ ਜਾਂ ਕੀ ਮੇਨ ਯੂਜ਼ ਆ। ਸਭ ਨੂੰ ਪਤਾ ਵੀ ਜਿਹੜੇ ਫੋਰੈਸਟ ਨੇ ਉਹ ਇੱਕ ਬਹੁਮੂल्य ਸੰਪੱਤੀ ਆ ਸਾਡੇ ਲਈ। ਇਹਦੀਆਂ ਕੁਝ ਕੁ ਐਡਵਾਂਟੇਜ ਨੇ, ਜਿਵੇਂ ਸਭ ਨੂੰ ਪਤਾ ਵੀ ਇਹ ਇਕੋਲੋਜੀਕਲ ਸਿਸਟਮ ਯਾਨੀ ਕਿ ਇੱਕ ਵਧੀਆ ਵਾਤਾਵਰਨ ਬਣਾਉਣ ਦੇ ਲਈ ਹੈਲਪ ਕਰਦੇ ਆ, ਅਤੇ ਇਹਨਾਂ ਤੋਂ ਸਾਨੂੰ ਟਿੰਬਰ ਅਤੇ ਫਿਊਲ ਯਾਨੀ ਕਿ ਲੱਕੜੀ ਅਤੇ ਕੋਲਾ ਜਾਂ ਕੁਛ ਹੋਰ ਫਿਊਲ ਵਾਲੇ ਇੰਜਨ ਜਿਹੜੇ ਮਿਲਦੇ ਆ, ਇਹਨਾਂ ਤੋਂ ਅਸੀਂ ਕੀ ਬਣਾਉਂਦੇ ਆ, ਫਰਨੀਚਰ ਬਣਾਉਂਦੇ ਆ, ਪੈਕਿੰਗ ਬਾਕਸ ਬਣਾ ਲੈਂਦੇ ਆ, ਜਾਂ ਬੋਟਸ ਬਣਦੀਆਂ ਨੇ, ਅਤੇ ਹੋਰ ਵੀ ਬਿਲਡਿੰਗ ਦੇ ਕੰਮਾਂ ਲਈ ਇਹਨੂੰ ਯੂਜ਼ ਕੀਤਾ ਜਾਂਦਾ। ਸੌਫਟਵੁੱਡ ਜਿਹੜੀ ਆ ਉਹਨੂੰ ਯੂਜ਼ ਕੀਤਾ ਜਾਂਦਾ ਵੁੱਡ ਪੰਪਸ ਦੇ ਲਈ, ਜਿਹਦੇ ਵਿੱਚ ਲਾਰਜ ਡਿਮਾਂਡ ਆ ਅੱਜ ਕੱਲ੍ਹ ਪੇਪਰ ਇੰਡਸਟਰੀ ਦੇ ਵਿੱਚ, ਤਾਂ ਉਹ ਵੀ ਸਾਰੀ ਕਿੱਥੋਂ ਪੂਰੀ ਹੁੰਦੀ ਆ, ਫੋਰੈਸਟ ਤੋਂ ਹੁੰਦੀ ਆ। ਇਹ ਦਿਖਾਇਆ ਗਿਆ ਐਗਰੀਕਲਚਰ ਏਰੀਆ ਆਫ ਇਨ ਪੰਜਾਬ ਦੇ ਵਿੱਚ ਜਿੱਥੇ ਐਗਰੀਕਲਚਰ ਕੀਤੀ ਜਾਂਦੀ ਆ ਉਹਦਾ ਏਰੀਆ ਦਿਖਾਇਆ ਗਿਆ। ਉਸ ਤੋਂ ਬਾਅਦ ਹੈ ਵਾਈ ਇੰਡੀਅਨ ਐਗਰੀਕਲਚਰ ਨੋਨ ਐਜ਼ ਟੂ ਦੀ ਸਬਸਟੈਂਸ਼ੀਅਲ ਐਗਰੀਕਲਚਰ, ਵੀ ਸਬਸਟੈਂਸਿਸ ਐਗਰੀਕਲਚਰ ਕਿਉਂ ਕਿਹਾ ਜਾਂਦਾ ਇੰਡੀਅਨ ਐਗਰੀਕਲਚਰ ਨੂੰ। ਸਭ ਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜੀ ਹੈ ਲੈਂਡ ਆ ਉਹ ਕੀ ਆ, ਛੋਟੇ ਛੋਟੇ ਹਿੱਸਿਆਂ ਦੇ ਵਿੱਚ ਬਣੀ ਹੋਈ ਆ, ਲਾਰਜ ਅਮਾਊਂਟ ਆਫ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਲੱਗਦਾ ਵਾ, ਅਤੇ ਲੇਬਰ ਵੀ ਲੱਗਦੀ ਆ ਇਹਨਾਂ ਸਮਾਲ ਐਗਰੀਕਲਚਰ ਫਾਰਮਿੰਗ ਦੇ ਵਿੱਚ ਐਗਰੀਕਲਚਰ ਕਰਨ ਦੇ ਲਈ, ਅਤੇ ਇਹਦਾ ਇਕਨੋਮਿਕ ਬੈਨੀਫਿਟ ਵੀ ਉਹਨਾਂ ਲਈ ਬਹੁਤ ਜ਼ਿਆਦਾ ਥੋੜ੍ਹਾ ਵਾ। ਤਾਂ ਸਮਾਲ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਐਗਰੀਕਲਚਰ ਜਿਹੜੇ ਇਕਵਿਪਮੈਂਟਸ ਨੇ, ਟਿਊਬਵੈਲਸ ਨੇ ਜਿਹੜੇ ਕਿ ਪਾਣੀ ਦੇ ਲਈ ਯੂਜ਼ ਕਰਦੇ ਆ, ਉਹਨਾਂ ਨੂੰ ਹਾਇਰ ਕਰਨਾ ਪੈਂਦਾ ਜਾਂ ਬਾਹਲੇ ਪੈਸੇ ਦੇਣੇ ਪੈਂਦੇ ਆ, ਅਤੇ ਦੇ ਹੈਵ ਪਰਚੇਜ਼ ਕਾਸਟਲੀ ਫਰਟੀਲਾਈਜ਼ਰ, ਅਤੇ ਉਹਨਾਂ ਨੂੰ ਬਾਹਰੋਂ ਜਾ ਕੇ ਜਿਹੜੀਆਂ ਪੈਸਟੀਸਾਈਡ ਜਾਂ ਫਰਟੀਲਾਈਜ਼ਰ ਨੇ ਉਹ ਵੀ ਬਹੁਤ ਜ਼ਿਆਦਾ ਮਹਿੰਗੇ ਰੇਟ ਦੇ ਉੱਤੇ ਖਰੀਦਣੇ ਪੈਂਦੇ ਨੇ। ਇਸ ਰਿਜ਼ਲਟ ਕਰਕੇ ਜਿਹੜੇ ਸਮਾਲ ਫਾਰਮਰਸ ਨੇ ਉਹਨਾਂ ਕੋਲ ਜਿਹੜੀ ਨੈਟ ਸੇਵਿੰਗ ਉਹ ਬਹੁਤ ਥੋੜ੍ਹੀ ਹੁੰਦੀ ਆ, ਤਾਂ ਕਰਕੇ ਇੰਡੀਅਨ ਐਗਰੀਕਲਚਰ ਨੂੰ ਕੀ ਕਿਹਾ ਜਾਂਦਾ, ਸਬਸਟੈਂਸ਼ੀਅਲ ਐਗਰੀਕਲਚਰ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਹੈ ਵਾਈ ਦੀ ਸਮ ਪੀਪਲਸ ਕਾਲ ਦੀ ਗ੍ਰੀਨ ਰੈਵੋਲਿਊਸ਼ਨ ਇਜ਼ ਅ ਵਾਈਟ ਰੈਵੋਲਿਊਸ਼ਨ। ਕੁਝ ਕੁ ਲੋਕ ਜਿਹੜੇ ਸੀ ਜਿਹੜੀ ਹਰੀ ਕ੍ਰਾਂਤੀ ਨੂੰ ਕੀ ਆ ਇੱਕ ਚਿੱਟੀ ਕ੍ਰਾਂਤੀ ਦਾ ਨਾਮ ਵੀ ਦਿੱਤਾ ਗਿਆ। ਕਿਉਂ ਦਿੱਤਾ ਗਿਆ ਇਹਦੇ ਬਾਰੇ ਤੁਸੀਂ ਦੱਸਣਾ ਵਾ। ਦੇਖੋ ਟੋਟਲ ਪ੍ਰੋਡਕਸ਼ਨ ਉਸ ਸਮੇਂ ਜਿਹੜੀ ਬੀਟ ਦੀ ਹੋਈ ਸੀ 1960-61 ਦੇ ਵਿੱਚ 1 ਕਰੋੜ 10 ਲੱਖ ਟਨ ਸੀਗੀ, ਬਟ ਡਿਊ ਟੂ ਗ੍ਰੀਨ ਰੈਵੋਲਿਊਸ਼ਨ ਵੀ ਇਹ ਕੀ ਆ 5 ਗੁਣਾ ਵੱਧ ਗਈ 1993 ਤੇ 94 ਦੇ ਵਿੱਚ, ਅਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਨਿਊਮਰਸ ਇਨਕਰੀਜ਼ ਹੋਇਆ ਕਿ ਇਹਦੇ ਵਿੱਚ ਵੀਟ ਪ੍ਰੋਡਕਸ਼ਨ ਦੇ ਵਿੱਚ, ਤਾਂ ਕਰਕੇ ਕੁਝ ਕੁ ਲੋਕ ਇਹਨੂੰ ਵੀ ਕੀ ਕਹਿਣ ਲੱਗੇ, ਵਾਈਟ ਰੈਵੋਲਿਊਸ਼ਨ ਵੀ ਕਹਿਣ ਲੱਗ ਗਏ ਸੀ। ਉਸ ਤੋਂ ਬਾਅਦ ਹੈ 13th ਕੁਐਸਚਨ, ਐਕਸਪਲੇਨ ਦੀ ਐਫਰਟਸ ਮੇਡ ਬਾਈ ਦੀ ਡਿਵੈਲਪਮੈਂਟ ਆਫ ਦੀ ਐਨੀਮਲ ਵੈਲਥ, ਵੀ ਜਿਹੜੇ ਪਸ਼ੂ ਧਨ ਜਿਹੜਾ ਵਾ ਉਹਦੀ ਡਿਵੈਲਪਮੈਂਟ ਦੇ ਲਈ ਕਿਹੜੇ ਕਿਹੜੇ ਐਫਰਟਸ ਕੀਤੇ ਗਏ। ਸੈਂਟਰ ਗੌਰਮੈਂਟ ਨੇ ਅਤੇ ਸਟੇਟ ਗੌਰਮੈਂਟ ਨੇ ਕੁਝ ਕੁ ਐਫਰਟਸ ਕੀਤੇ ਗਏ ਜਿਹਦੇ ਨਾਲ ਲਾਈਵ ਸਟਾਕ ਫਾਰਮਿੰਗ ਨੂੰ ਵਧਾਇਆ ਜਾ ਸਕੇ ਇੰਡੀਆ ਦੇ ਵਿੱਚ। ਇਹਦੇ ਵਿੱਚ ਸਪੈਸ਼ਲ ਅਟੈਂਪਟ ਕੀਤੇ ਗਏ ਤਾਂ ਜੋ ਕਿ ਉਹਨਾਂ ਦੀ ਵਧੀਆ ਬਰੀਡਸ ਜਾਂ ਵਧੀਆ ਕੁਆਲਿਟੀ ਦੀ ਨਸਲ ਨੂੰ ਬਚਾਇਆ ਜਾ ਸਕੇ, ਅਤੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਵੀ ਰੱਖਿਆ ਕੀਤੀ ਜਾ ਸਕੇ, ਅਤੇ ਉਹਨਾਂ ਦੀ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕੇ, ਅਤੇ ਇੱਕ ਵਧੀਆ ਮਾਰਕੀਟ ਉਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ, ਤਾਂ ਜੋ ਕੀ ਆ ਵੀ ਪਸ਼ੂਆਂ ਦਾ ਵਪਾਰ ਵੀ ਹੋ ਸਕੇ। ਐਟਲੀਸਟ 1 ਜਿਹੜੇ ਵੈਟਨਰੀ ਹਸਪੀਟਲ ਆ ਉਹ ਬਣਾਇਆ ਗਿਆ ਨੇ ਹਰੇਕ ਬਲਾਕ ਦੇ ਵਿੱਚ, ਅਤੇ ਵਿਲੇਜ ਦੇ ਵਿੱਚ ਜਿਹੜਾ ਵਾ ਹੈਲਥ ਸੈਂਟਰ ਜਿਹੜੇ ਨੇ ਜਿਨ੍ਹਾਂ ਵਿੱਚ ਲਾਈਵ ਸਟਾਕ ਜਿਹੜੇ ਨੇ ਉਹ ਓਪਨ ਕੀਤੇ ਗਏ ਨੇ। 1992-93 ਦੇ ਵਿੱਚ ਹੈਲਥ ਸੈਂਟਰ ਦੇ ਵਿੱਚ ਵੀ ਮੋਰ ਦੈਨ ਕਿੰਨੇ ਸੀਗੇ 22,000 ਤੋਂ ਵੀ ਜ਼ਿਆਦਾ ਬਣਾਏ ਗਏ ਨੇ, ਅਤੇ ਇੱਥੇ ਕੀ ਨੇ ਜਿਹੜੇ 26 ਕੈਟਲ ਜਿਹੜੇ ਇਨਫੈਕਸ਼ਨ ਸੈਂਟਰ ਬਣਾਏ ਗਏ ਨੇ ਪਬਲਿਕਲੀ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਓਪਨ ਕੀਤੇ ਗਏ, ਤਾਂ ਜੋ ਕੀ ਆ ਵੀ ਪਸ਼ੂ ਧਨ ਨੂੰ ਹੋਰ ਵੀ ਜ਼ਿਆਦਾ ਵਧਾਇਆ ਜਾ ਸਕੇ। 14th ਕੁਐਸਚਨ, what are the reasons of the responsible for increase the land use under the non agriculture purpose। ਕੀ ਅਜਿਹੇ ਕਾਰਨ ਨੇ ਜਿਹਦੇ ਕਰਕੇ ਕੀ ਆ ਵੀ ਲੈਂਡ ਦਾ ਜਿਹੜਾ ਯੂਜ਼ ਆ ਉਹ ਜ਼ਿਆਦਾ ਹੋਣ ਲੱਗ ਗਿਆ ਵਾ, ਕਿਸ ਕਰਕੇ ਬਿਨਾਂ ਖੇਤੀਬਾੜੀ ਕੰਮਾਂ ਦੇ ਲਈ, ਉਹ ਕਿਹੜੇ ਨੇ। ਦੇਖੋ ਹੁਣ 2 ਰੀਜ਼ਨ ਨੇ ਸਾਡੇ ਇੰਡੀਆ ਦੇ ਵਿੱਚ ਜਿਹੜੇ ਕਿ ਇਨਕਰੀਜ਼ ਹੋ ਰਹੀ ਆ ਲੈਂਡ ਦੀ ਡਿਮਾਂਡ, ਅਤੇ ਉਹ ਵੀ ਉਹਦੇ ਲਈ ਜ਼ਿਆਦਾਤਰ ਜਿਹੜੀ ਐਗਰੀਕਲਚਰ ਲੈਂਡ ਆ ਉਹਨੂੰ ਨਾਨ ਐਗਰੀਕਲਚਰ ਪਰਪਸ ਲਈ ਯੂਜ਼ ਕੀਤਾ ਜਾ ਰਿਹਾ। ਜਿਵੇਂ ਜਿਵੇਂ ਸਾਡੀ ਪੋਪੂਲੇਸ਼ਨ ਵੱਧਦੀ ਜਾ ਰਹੀ ਆ ਅਤੇ ਅਸੀਂ ਇਕਨੋਮਿਕ ਡਿਵੈਲਪਮੈਂਟ ਵੱਲ ਵੱਧਦੇ ਜਾ ਰਹੇ ਹਾਂ, ਅਤੇ ਅਰਬਨ ਅਤੇ ਰੂਰਲ ਏਰੀਆ ਦੇ ਵਿੱਚ ਜਿਹੜਾ ਸਾਈਜ਼ ਆ ਉਹ ਇਨਕਰੀਜ਼ ਹੁੰਦਾ ਜਾ ਰਿਹਾ, ਕਿਉਂਕਿ ਪਾਪੂਲੇਸ਼ਨ ਜਿਹੜੀ ਆ ਉਹ ਵੀ ਇਨਕਰੀਜ਼ ਹੁੰਦੀ ਜਾ ਰਹੀ ਆ। ਇਸੇ ਇਨਕਰੀਜ਼ ਦੇ ਕਰਕੇ ਜਿਹੜਾ ਆਰਥਿਕ ਹਾਲਤ ਨੂੰ ਵਧਾਉਣ ਦੇ ਲਈ ਲਾਰਜ ਤੌਰ 'ਤੇ ਕੀ ਆ ਇੰਡਸਟਰੀ ਨੂੰ ਯੂਜ਼ ਕੀਤਾ ਜਾ ਰਿਹਾ, ਤਾਂ ਕਰਕੇ ਜਿਹੜੀ ਐਗਰੀਕਲਚਰ ਲੈਂਡ ਆ ਉਹ ਖਤਮ ਹੁੰਦੀ ਜਾ ਰਹੀ ਆ। ਦਿਖਾਇਆ ਗਿਆ ਐਗਰੀਕਲਚਰ ਡਿਵੈਲਪਮੈਂਟ ਦਿਖਾਈ ਗਈ ਆ ਵੀ ਸਮਾਲ ਜਿਹੜੇ ਫਾਰਮਰਸ ਨੇ ਉਹ ਇੰਡੀਆ ਵਿੱਚ ਜ਼ਿਆਦਾ ਨੇ, ਤਾਂ ਹੀ ਇਹਨੂੰ ਸਬਸਟੈਂਸ ਮਾਰਕੀਟ ਕਿਹਾ ਜਾਂਦਾ। ਲੈਂਡਲੈਸ ਫਾਰਮਰ ਵੀ ਨੇ ਜਿਨ੍ਹਾਂ ਕੋਲ ਕੋਈ ਵੀ ਜ਼ਮੀਨ ਨਹੀਂ ਹੈ, ਮਾਰਜਨਲ ਫਾਰਮਰ ਵੀ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਥੋੜ੍ਹੀ ਆ, ਅਤੇ 7% ਸਿਰਫ ਅਜਿਹੇ ਨੇ ਜਿਹੜੇ ਕਿ ਲਾਰਜ ਫਾਰਮਰ ਨੇ ਜਿਨ੍ਹਾਂ ਨੂੰ ਥੋੜ੍ਹਾ ਬਹੁਤਾ ਪ੍ਰੋਫਿਟ ਹੁੰਦਾ ਇਸ ਐਗਰੀਕਲਚਰ ਦੇ ਵਿੱਚੋਂ।
ਅੱਗੇ ਹੈ ਰਾਈਟ ਦੀਆਂ ਬਲੀਫ ਅਬਾਊਟ ਟੂ ਦੀ ਇੰਪੋਰਟੈਂਸ ਆਫ ਫੋਰੈਸਟ। ਹੁਣ ਫੋਰੈਸਟ ਦੀ ਕੀ ਮਹੱਤਤਾ ਵਾ ਉਹ ਸਭ ਨੂੰ ਪਤਾ ਵੀ ਡੇਲੀ ਲਾਈਫ ਦੇ ਵਿੱਚ ਇਹ ਇੱਕ ਸਾਡਾ ਇੱਕ ਵਧੀਆ ਇਨਵਾਇਰਮੈਂਟ ਬਣਾ ਕੇ ਦਿੰਦੀਆਂ ਨੇ, ਕਾਰਬਨ ਡਾਈਆਕਸਾਈਡ ਨੂੰ ਕੰਜ਼ਿਊਮ ਕਰਦੀਆਂ ਨੇ ਤੇ ਜਿਹੜਾ ਟੈਂਪਰੇਚਰ ਉਹਨੂੰ ਕੰਟਰੋਲ ਕਰਕੇ ਰੱਖਦੀਆਂ ਨੇ। ਫੋਰੈਸਟ ਦੇ ਵਿੱਚ ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਨੂੰ ਰਹਿਣ ਦੇ ਲਈ ਇੱਕ ਸਥਾਨ ਦਿੰਦੇ ਆ ਤੇ ਉਹਨਾਂ ਨੂੰ ਬਚਾ ਕੇ ਰੱਖਦੀ ਆ। ਇਹ ਇਨਕਰੀਜ਼ ਕਰਕੇ ਰੱਖਦੀ ਆ ਮੀਂਹ ਤੇ ਹੋਰ ਜਿਹੜੇ ਸੋਕਾ ਪੈਣ ਤੋਂ ਬਚਾਉਂਦੀ ਆ, ਤੇ ਇਹ ਪਾਣੀ ਦੇ ਰਿਸੋਰਸਾਂ ਨੂੰ ਕੰਟਰੋਲ ਕਰਦੀ ਆ ਤੇ ਹੜ੍ਹ ਆਉਣ ਤੋਂ ਵੀ ਰੋਕਦੀ ਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਇਫੈਕਟ ਇਨਕਰ ਟੂ ਦੀ ਆਫਟਰ ਇੰਡੀਪੈਂਡੈਂਸ ਆਫ ਦੀ ਰਿਕੁਆਇਰਮੈਂਟ ਆਫ ਦੀ ਫੂਡ ਗ੍ਰੇਨ ਪਰ ਹੈਡ। ਕੀ ਅਜਿਹੇ ਇਫੈਕਟ ਇਨਕਰ ਹੋਏ ਜਦੋਂ ਸਾਡੀ ਕੀ ਆ ਸੁਤੰਤਰਤਾ ਪ੍ਰਾਪਤ ਹੋਈ ਤੇ ਫੂਡ ਗ੍ਰੇਨ ਦੇ ਵਿੱਚ ਕਿੰਨੇ ਲੋਕਾਂ ਨੂੰ ਸਾਨੂੰ ਖਾਣੇ ਦੀ ਲੋੜ ਪਈ। ਹੁਣ ਦੇਖੋ ਆਫਟਰ ਇੰਡੀਪੈਂਡੈਂਸ ਜਿਹੜਾ ਸੀਗਾ ਸਾਡੀ ਐਗਰੀਕਲਚਰ ਦੀ ਡਿਵੈਲਪਮੈਂਟ ਵੀ ਹੋਈ, ਐਜ਼ ਏ ਰਿਜ਼ਲਟ ਜਿਹੜੀ ਸਾਡੀ ਪ੍ਰੋਡਕਸ਼ਨ ਆਫ ਫੂਡ ਗ੍ਰੇਨ ਦੀ ਉਹ ਵੀ ਇਨਕਰੀਜ਼ ਹੋਈ। 1950-51 ਤੇ 1994 ਤੇ 95 ਦੇ ਵਿੱਚ ਜਿਹੜੀ ਪ੍ਰੋਡਕਸ਼ਨ ਜਿਹੜੀ ਆ ਉਹ ਇਨਕਰੀਜ਼ ਹੋ ਚੁੱਕੀ ਸੀ 4 ਗੁਣਾ, ਤੇ ਹੁਣ ਜਿਹੜੀ ਪ੍ਰੋਡਕਸ਼ਨ ਆਫ ਵੀਟ ਜਿਹੜੀ ਸੀਗੀ ਉਹ 10 ਗੁਣਾ ਵੱਧ ਚੁੱਕੀ ਸੀਗੀ। ਤੇ ਇਹਦੇ ਨਾਲ ਜਿਹੜਾ ਸਾਡਾ ਫੂਡ ਇੱਕ ਪਰਸਨ ਦਾ ਜਿਹੜਾ ਸੀ ਉਹ ਵੀ ਵਧਣਾ ਸ਼ੁਰੂ ਹੋਇਆ। 1950 ਦੇ ਵਿੱਚ ਜਿਹੜਾ ਅਵੇਲੇਬਲ ਫੂਡ ਗ੍ਰੇਨ ਸੀਗਾ ਉਹ 395 ਗ੍ਰਾਮ ਪਰ ਪਰਸਨ ਪਰ ਡੇ ਸੀਗਾ, ਪਰ 2000 ਦੇ ਵਿੱਚ ਇਹ 458 ਗ੍ਰਾਮ ਪਰ ਪਰਸਨ ਹੋ ਗਿਆ, ਕਿਉਂਕਿ ਇਹਦੇ ਨਾਲ ਕੀ ਆ ਸਾਡੀ ਪ੍ਰੋਡਕਸ਼ਨ ਵੀ ਵਧੀ ਤੇ ਉਹਦੇ ਨਾਲ ਸਾਡੀ ਕੰਜ਼ੰਪਸ਼ਨ ਵੀ ਵਧਣੀ ਸ਼ੁਰੂ ਹੋ ਗਈ। 17ਵਾਂ ਕੁਐਸਚਨ ਆਈ ਵਟ ਆਰ ਦੀ ਰੀਜ਼ਨ ਆਫ ਦੀ ਸਮਾਲ ਲੈਂਡ ਹੋਲਡਿੰਗ ਇਨ ਦੀ ਇੰਡੀਆ, ਹਾਊ ਦੀਜ਼ ਆਰ ਇਫੈਕਟਡ ਟੂ ਦੀ ਐਗਰੀਕਲਚਰ। ਵੀ ਕੀ ਅਜਿਹੇ ਕਾਰਨ ਨੇ ਵੀ ਜਿਹੜੇ ਸਾਡੇ ਕੋਲ ਛੋਟੇ ਖੇਤ ਨੇ ਸਾਡੇ ਇੰਡੀਆ ਦੇ ਵਿੱਚ, ਤੇ ਇਹਦਾ ਕੀ ਇਫੈਕਟ ਪੈਂਦਾ ਸਾਡੀ ਐਗਰੀਕਲਚਰ ਦੇ ਵਿੱਚ। 50% ਜਿਹੜੀ ਲੈਂਡ ਹੋਲਡਿੰਗ ਜਿਹੜੀ ਆ ਉਹ ਲੈਸ ਦੈਨ 1 ਏਕੜ ਤੋਂ ਵੀ ਘੱਟ ਸਾਈਜ਼ ਦੀ ਆ, ਤੇ ਇਹਦਾ ਮੇਨ ਰੀਜ਼ਨ ਇਹ ਆ ਕਿ ਸਾਡਾ ਜਿਹੜਾ ਲਾਅ ਉਹਨੇ ਕੁਝ ਸਹੀ ਢੰਗ ਦੇ ਨਾਲ ਉਹਨਾਂ ਨੂੰ ਵੰਡਿਆ ਨਹੀਂ ਹੋਇਆ। ਆਫਟਰ ਦੈਟ ਜਿਹੜੇ ਫਾਦਰ ਦੀ ਡੈਥ ਤੋਂ ਬਾਅਦ ਜਿਹੜੀ ਲੈਂਡ ਆ ਉਹ ਇਕੁਅਲੀ ਡਿਵਾਈਡ ਕਰ ਦਿੱਤੀ ਜਾਂਦੀ ਉਹਦੇ ਸਨਾਂ ਦੇ ਵਿੱਚ ਜਾਂ ਉਹਨਾਂ ਦੇ ਬੇਟਿਆਂ ਦੇ ਵਿੱਚ, ਤਾਂ ਇਹਦੇ ਨਾਲ ਜਿਹੜੇ ਲੈਂਡ ਹੋਲਡਿੰਗ ਆ ਉਹਦਾ ਸਾਈਜ਼ ਹੋਰ ਵੀ ਜ਼ਿਆਦਾ ਛੋਟਾ ਹੁੰਦਾ ਜਾ ਰਿਹਾ। ਜਿਵੇਂ ਜਿਵੇਂ ਪੋਪੂਲੇਸ਼ਨ ਵੱਧਦੀ ਜਾ ਰਹੀ ਆ ਧਰਤੀ ਦੇ ਉੱਤੇ, ਤਾਂ ਇਹਦੇ ਨਾਲ ਜਿਹੜੇ ਫਾਰਮਰਸ ਨੇ ਉਹ ਮਸ਼ੀਨਾਂ ਤੇ ਹੋਰ ਐਡਵਾਂਸ ਇਕਵਿਪਮੈਂਟ ਨੂੰ ਯੂਜ਼ ਨਹੀਂ ਕਰ ਸਕਦੇ, ਤੇ ਇਹਦੇ ਨਾਲ ਜਿਹੜੀ ਉਹਨਾਂ ਦੀ ਖੇਤੀ ਦੀ ਕਾਸਟ ਵੱਧਦੀ ਜਾ ਰਹੀ ਆ। ਉਹਨਾਂ ਨੂੰ ਪਾਣੀ ਹਾਇਰ ਕਰਨ ਲਈ, ਮਸ਼ੀਨ ਹਾਇਰ ਕਰਨ ਲਈ ਪੈਸੇ ਦੇਣੇ ਪੈਂਦੇ ਆ, ਤੇ ਉਹਨਾਂ ਦੀ ਸੇਵਿੰਗ ਇੰਨੀ ਜ਼ਿਆਦਾ ਹੁੰਦੀ ਨਹੀਂ, ਤੇ ਲੈਸ ਸੇਵਿੰਗ ਕਰਕੇ ਉਹ ਦਿਨ ਪ੍ਰਤੀ ਦਿਨ ਗਰੀਬ ਹੁੰਦੇ ਜਾ ਰਹੇ ਆ, ਤੇ ਉਹਨਾਂ ਦੀ ਐਗਰੀਕਲਚਰ ਲੈਂਡ ਜਿਹੜੀ ਉਹ ਘਟਦੀ ਜਾ ਰਹੀ ਆ। ਅੱਗੇ ਹੈ ਨੇਮ ਆਫ ਦੀਆਂ ਮੇਨ ਪੈਡਲ ਪ੍ਰੋਡਕਸ਼ਨ ਸਟੇਟ। ਵੀ ਪ੍ਰੋਡਕਸ਼ਨ ਸਟੇਟ ਕਿਹੜੀਆਂ ਕਿਹੜੀਆਂ ਨੇ ਸਭ ਤੋਂ ਜ਼ਿਆਦਾ ਜਿੱਥੇ ਦਾਲਾਂ ਜਾਂ ਹੋਰ ਚੀਜ਼ਾਂ ਉੱਗਦੀਆਂ ਨੇ। ਦੇਖੋ ਹੁਣ ਜਿਹੜਾ ਵੈਸਟ ਬੰਗਾਲ ਆ ਉਹ ਸਭ ਤੋਂ ਜ਼ਿਆਦਾ ਜਿਹੜਾ ਅਜਿਹੀ ਸਟੇਟ ਆ ਇੰਡੀਆ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਇਹਦੀ ਪ੍ਰੋਡਕਸ਼ਨ ਹੁੰਦੀ ਆ। 1.39 ਕਰੋੜ ਟਨ ਜਿਹੜਾ ਹੁੰਦਾ 2001 ਦੇ ਵਿੱਚ ਇਹਦੀ ਪ੍ਰੋਡਕਸ਼ਨ ਹੋਈ ਸੀਗੀ। 2000 ਤੇ 2001 ਦੇ ਵਿੱਚ ਇਹਦੇ ਪ੍ਰੋਡਿਊਸਰ ਤੋਂ ਬਾਅਦ ਯੂਪੀ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਉੜੀਸਾ ਤੇ ਹੋਰ ਵੀ ਕਈ ਅਜਿਹੀਆਂ ਸਟੇਟ ਨੇ ਜਿਨ੍ਹਾਂ ਵਿੱਚ 60 ਲੱਖ ਟਨ ਤੋਂ ਵੀ ਜ਼ਿਆਦਾ ਰਾਈਜ਼ ਹੋ ਜਾਂਦਾ ਵਾ, ਜਿਵੇਂ MP ਹੋ ਗਿਆ, ਅਸਮ ਹੋ ਗਿਆ, ਕਰਨਾਟਕ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਹਰਿਆਣਾ ਹੋ ਗਿਆ, ਇਹ ਵੀ ਲਾਰਜ ਪ੍ਰੋਡਿਊਸਰ ਨੇ ਰਾਈਸ ਦੇ। ਆ ਦਿਖਾਈ ਗਈ ਐਗਰੀਕਲਚਰ ਡਿਵੈਲਪਮੈਂਟ ਕਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਹੁਣ ਹੁੰਦੀ ਜਾ ਰਹੀ ਹੈ। ਉਸ ਤੋਂ ਬਾਅਦ ਹੈ ਵਟ ਆਰ ਦੀ ਕਾਜ਼ ਆਫ ਦੀ ਹਾਈ ਆਫ ਦੀ 11% ਆਫ ਦੀ ਹੈਕਟੇਅਰ ਯਾਰਡ ਦੀ ਵੀਟ ਇਨ ਇੰਡੀਆ ਇਨ ਪੰਜਾਬ। ਪੰਜਾਬ ਦੇ ਵਿੱਚ ਕੀ ਕਾਰਨ ਆ ਵੀ ਜਿਹੜਾ 11 ਪਰ ਹੈਕਟੇਅਰ ਯਾਰਡ ਬਣਦਾ ਵਾ ਕਣਕ ਦਾ, ਕੀ ਰੀਜ਼ਨ ਆ ਵੀ ਜਿਹੜਾ ਪੰਜਾਬ ਆ ਉਹ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਮੰਨਿਆ ਜਾਂਦਾ ਵਾ ਕਣਕ ਦਾ, ਤੇ ਇਹ ਰੈਂਕ ਦੇ ਵਿੱਚ ਇਹ ਫਸਟ ਆ ਪੂਰੇ। ਜੇਕਰ ਅਸੀਂ ਪਰ ਹੈਕਟੇਅਰ ਚੂਜ਼ ਕਰੀਏ ਤਾਂ ਇਹਦੇ ਵਿੱਚ ਕੰਟਰੀਬਿਊਸ਼ਨ ਜਿਹੜੀ ਨੈਸ਼ਨਲ ਸਟੋਰ ਦੇ ਵਿੱਚ ਆ ਵੀਟ ਦੀ ਉਹ ਪੰਜਾਬ ਦੇ ਵਿੱਚ ਜ਼ਿਆਦਾ ਵਾ। ਇਹਦੇ ਕੁਝ ਕੁ ਕਾਰਨ ਨੇ, ਕਿਉਂਕਿ ਜਿਹੜੇ ਇੱਥੇ ਲਾਰਜ ਸਕੇਲ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਆ ਕਮਰਸ਼ੀਅਲ ਕ੍ਰੌਪ ਮੰਨੀ ਜਾਂਦੀ ਹੈ, ਵਪਾਰਕ ਖੇਤੀ ਦੇ ਤੌਰ ਤੇ ਜਾਂ ਇੱਕ ਵੇਚਣਯੋਗ ਖੇਤੀ ਦੇ ਤੌਰ ਤੇ ਵਰਤੀ ਜਾਂਦੀ ਆ। ਇੱਥੇ ਵਧੀਆ ਪਾਣੀ ਦੇ ਸਾਧਨ ਨੇ, ਤੇ ਇੱਥੇ ਜਿਹੜਾ ਪਰ ਹੈਕਟੇਅਰ ਜਿਹੜੀ ਇਹਦੇ ਵਿੱਚੋਂ ਨਿਕਲਣ ਵਾਲੀ ਝਾੜ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਵਾ, ਤਾਂ ਕਰਕੇ ਇੱਥੇ ਜਿਹੜੀਆਂ ਮਸ਼ੀਨਾਂ ਵੀ ਜਿਹੜੀਆਂ ਨੇ ਉਹ ਯੂਜ਼ ਕੀਤੀਆਂ ਜਾਂਦੀਆਂ ਨੇ, ਤਾਂ ਹੀ ਇਹਦੀ ਐਗਰੀਕਲਚਰ ਜਿਹੜੀ ਪਰ ਹੈਕਟੇਅਰ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਆ। 20th ਕੁਐਸਚਨ ਆ ਵਟ ਆਰ ਦੀ ਕਾਜ਼ ਆਫ ਦੀ ਡਿਕਰੀਜ਼ ਇਨ ਦੀ ਏਰੀਆ ਅੰਡਰ ਦੀ ਪਲਸ ਕਲਟੀਵੇਸ਼ਨ। ਕੀ ਕਾਰਨ ਆ ਵੀ ਦਾਲਾਂ ਦਾ ਜਿਹੜਾ ਬਣਨ ਵਾਲੀ ਜਿਹੜੀ ਖੇਤੀ ਸੀਗੀ ਉਹ ਏਰੀਆ ਜਿਹੜਾ ਵਾ ਹੁਣ ਘਟਦਾ ਜਾ ਰਿਹਾ ਵਾ। ਕੀ ਕਾਰਨ ਨੇ ਇਹਦੇ ਵਿੱਚ? ਮੇਨ ਕਾਰਨ ਜਿਹੜੇ ਨੇ ਦਾਲਾਂ ਤੇ ਜਿਹੜੇ ਤੇਲ ਬੀਜ ਸੀਗੇ ਉਹਨਾਂ ਦਾ ਹੁਣ ਜਿਹੜੀ ਪ੍ਰੋਡਕਸ਼ਨ ਆ ਉਹ ਘਟਣੀ ਜਾ ਰਹੀ ਆ। ਮੇਨ ਰੀਜ਼ਨ ਇਹ ਆ ਵੀ ਇਹਦੀ ਜ਼ਿਆਦਾਤਰ ਜਿਹੜੀ ਇਹਦੀ ਕਲਟੀਵੇਸ਼ਨ ਲੈਂਡ ਸੀਗੀ ਉਹ ਬਹੁਤ ਜ਼ਿਆਦਾ ਥੋੜ੍ਹੀ ਸੀ, ਤੇ ਦਾਲਾਂ ਦੀ ਜਿਹੜੀ ਗਰੋ ਏਰੀਆ ਸੀਗਾ ਹੁਣ 2.3 ਕਰੋੜ ਹੈਕਟੇਅਰ ਹੀ ਰਹਿ ਗਿਆ, ਤੇ ਇਹਦੀ ਐਬਸੈਂਸ ਆਫ ਜਿਹੜੀ ਸਿੰਜਾਈ ਦੇ ਕਰਕੇ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ। ਪਰ ਹੈਕਟੇਅਰ ਜਿਹੜੀ ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਉਹ ਵੀ ਘਟਦੀ ਜਾ ਰਹੀ ਆ। ਗ੍ਰੀਨ ਰਿਵੋਲਿਊਸ਼ਨ ਨੇ ਜਿਹੜਾ ਵਾ ਉਹ ਦਾਲਾਂ ਦੇ ਉਤਪਾਦਨ ਦੇ ਵਿੱਚ ਕੁਝ ਜ਼ਿਆਦਾ ਇਫੈਕਟ ਨਹੀਂ ਕਰਿਆ, ਤਾਂ ਕਰਕੇ ਇਹਨਾਂ ਨੂੰ ਪ੍ਰੋਬਲਮ ਕ੍ਰੀਏਟ ਹੋ ਗਈ। ਉਸ ਤੋਂ ਬਾਅਦ ਹੈ ਰਾਈਟ ਡਾਊਨ ਦੀ ਬੈਨੀਫਿਟ ਆਫ ਦੀ ਡੈਰੀ ਇੰਡਸਟਰੀ। ਡੈਰੀ ਇੰਡਸਟਰੀ ਦੇ ਵਿੱਚ ਕੀ ਫਾਇਦਾ ਹੋਇਆ ਜਾਂ ਉਹਦੇ ਕੀ ਕੀ ਸਾਨੂੰ ਫਾਇਦੇ ਮਿਲ ਰਹੇ ਨੇ। ਕਹਿੰਦੇ ਡੈਰੀ ਜਿਹੜੀ ਆ ਉਹ ਸਾਨੂੰ ਦੁੱਧ ਤੇ ਦੁੱਧ ਦੇ ਨਾਲ ਬਣੇ ਹੋਏ ਪ੍ਰੋਡਕਟਾਂ ਦੇ ਵਿੱਚ ਹੈਲਪ ਕਰਦੀ ਹੈ। ਇਹ ਵੀ ਐਗਰੀਕਲਚਰ ਦਾ ਇੱਕ ਬਹੁਤ ਵੱਡਾ ਪਾਰਟ ਬਣ ਚੁੱਕੀ ਹੈ। ਇਹਦੇ ਕੁਝ ਕੁ ਐਡਵਾਂਟੇਜ ਨੇ, ਜਿਵੇਂ ਇਹਦੇ ਵਿੱਚ ਸਾਨੂੰ ਕੀ ਆ ਇੱਕ ਰੋਜ਼ਗਾਰ ਮਿਲ ਜਾਂਦਾ ਵਾ, ਜਿੱਥੇ ਜਿਹੜੇ ਏਰੀਆ ਵਿੱਚ ਸੋਕਾ ਪਿਆ ਹੋਇਆ ਵਾ, ਤੇ ਇੱਥੇ ਇੱਕ ਐਡੀਸ਼ਨਲ ਇਨਕਮ ਬਣ ਜਾਂਦੀ ਹੈ ਇੱਕ ਕਿਸਾਨ ਦੀ, ਤੇ ਇਹਦੇ ਨਾਲ ਨਿਊਟ੍ਰੀਸ਼ਨ ਡਾਈਟ ਵੀ ਜਿਹੜੀ ਆ ਉਹ ਪੂਰੀ ਹੋ ਜਾਂਦੀ ਆ, ਤੇ ਇਹਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਦੁੱਧ ਦੀ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਆ।
22ਵਾਂ ਕੁਐਸਚਨ ਆ ਵਟ ਇਜ਼ ਐਕਸਪੈਕਟੇਸ਼ਨ ਕੁਡ ਬੀ ਵੀ ਹੈਵ ਟੂ ਬੀ ਅ ਫਿਊਚਰ ਕੀਪਿੰਗ ਇਨ ਦੀ ਵਿਊ ਆਫ ਦੀ ਪ੍ਰੈਜ਼ੈਂਟ ਸਿਨੈਰੋ ਆਫ ਦੀ ਐਗਰੀਕਲਚਰ। ਕੀ ਤੁਸੀਂ ਐਕਸਪੈਕਟੇਸ਼ਨ ਲਾ ਰਹੇ ਹੋ ਫਿਊਚਰ ਦੇ ਲਈ ਵੀ ਜਿਹੜਾ ਹੁਣ ਤੁਸੀਂ ਅੱਜ ਦੀ ਸਿਚੁਏਸ਼ਨ ਦੇਖੋ ਐਗਰੀਕਲਚਰ ਦੀ ਇੰਡੀਆ ਦੇ ਵਿੱਚ। ਇੰਡੀਅਨ ਐਗਰੀਕਲਚਰ ਜਿਹੜੀ ਹੈ ਐਟ ਪ੍ਰੈਜ਼ੈਂਟ ਜਿਹੜੀ ਆ ਉਹ ਪਾਸ ਹੋ ਰਹੀ ਆ ਕਈ ਤਰ੍ਹਾਂ ਦੀਆਂ ਟ੍ਰਾਂਜੇਟਿਵਸ ਪੀਰੀਅਡ ਦੇ ਵਿੱਚ। ਇਹ ਟਰਾਂਸਫਾਰਮ ਹੋ ਚੁੱਕੀ ਹੈ, ਸਬਸਟੈਂਸ ਫਾਰਮਿੰਗ ਦਾ ਨੇਚਰ ਬਣ ਚੁੱਕਿਆ। ਹੁਣ ਇਹ ਸਬਸਟੈਂਸ ਫਾਰਮਿੰਗ ਤੋਂ ਕਿਹਦੇ ਵੱਲ ਜਾ ਰਹੀ ਹੈ, ਕਮਰਸ਼ੀਅਲ ਫਾਰਮਿੰਗ ਦੇ ਵੱਲ। ਹੁਣ ਇਹੀ ਹੋਪ ਹੋ ਰਹੀ ਹੈ ਫਿਊਚਰ ਦੇ ਵਿੱਚ ਵੀ ਸਾਡੇ ਕੋਲ ਹੋਰ ਵੀ ਕਈ ਵਪਾਰਕ ਫਸਲਾਂ ਜਿਹੜੀਆਂ ਨੇ ਉਹ ਉਗਾਈਆਂ ਜਾਣਗੀਆਂ। ਇਹ ਲੀਡ ਕਰੂਗੀ ਜਿਹੜੀ ਪ੍ਰੋਡਕਸ਼ਨ ਜਿਹੜੀ ਆ ਉਹ ਫੂਡ ਗ੍ਰੇਨ ਨੂੰ ਹੋਰ ਵੀ ਵਧਾਊਗੀ। ਇਹਦੇ ਨਾਲ ਐਕਸਪੋਰਟ ਜਿਹੜੇ ਨੇ ਉਹ ਵਧਣੇ ਸ਼ੁਰੂ ਹੋ ਜਾਣਗੇ ਅਤੇ ਫੋਰਨ ਐਕਸਚੇਂਜ ਦੇ ਨਾਲ ਸਾਨੂੰ ਜਾਣੀ ਕਿ ਫੋਰਨ ਕਰੰਸੀ ਜਿਹੜੀ ਹੋਊਗੀ ਉਹ ਹੋਰ ਵੀ ਜ਼ਿਆਦਾ ਪੈਸੇ ਸਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਸਾਡੇ ਫੋਨ ਗ੍ਰੇਡ ਜਿਹੜੇ ਨੇ ਉਹ ਬਾਹਰ ਵੀ ਖਰੀਦੇ ਜਾਣਗੇ ਅਤੇ ਇਹ ਪੈਸਾ ਅਸੀਂ ਸੇਵ ਕਰਕੇ ਆਪਣੀ ਇਕੋਨਮੀ ਨੂੰ ਅੱਗੇ ਡਿਵੈਲਪ ਕਰਨ ਦੇ ਲਈ ਯੂਜ਼ ਕਰ ਸਕਦੇ ਹਾਂ। ਇਹ ਦਿਖਾਇਆ ਗਿਆ ਕ੍ਰੌਪ ਸੀਜ਼ਨ ਜਿਹੜੇ ਸਾਡੇ ਇੰਡੀਆ ਦੇ ਵਿੱਚ ਆਉਂਦੇ ਆ, 3 ਕ੍ਰੌਪ ਸੀਜ਼ਨ ਆਉਂਦੇ ਆ, ਉਹਦੇ ਬਾਰੇ ਬਾਅਦ 'ਚੋਂ ਡਿਸਕਸ ਕਰਦੇ ਹਾਂ। ਵਾਈ ਦੀ ਪ੍ਰੋਡਕਸ਼ਨ ਆਫ ਦੀ ਪਲਸ ਐਂਡ ਦੀ ਆਇਲ ਸ਼ੀਟਸ ਸਟਿਲ ਲੋ। ਵੀ ਕੀ ਕਾਰਨ ਆ ਵੀ ਦਾਲਾਂ ਤੇ ਜਿਹੜੇ ਤੇਲ ਬੀਜ ਨੇ ਉਹਨਾਂ ਦੀ ਜਿਹੜੀ ਹਲੇ ਵੀ ਜਿਹੜੀ ਪ੍ਰੋਡਕਸ਼ਨ ਉਹ ਘਟਦੀ ਜਾ ਰਹੀ ਆ। ਬਹੁਤ ਸਾਰੇ ਰੀਜ਼ਨ ਨੇ। ਦੇਖੋ ਪਹਿਲਾਂ ਦਿਖਾਇਆ ਗਿਆ ਲੋ ਪ੍ਰੋਡਕਸ਼ਨ ਹੁੰਦੀ ਆ ਅੱਜ ਕੱਲ੍ਹ ਜਿਹੜੀ ਆ ਦਾਲਾਂ ਦੀ ਪ੍ਰੋਡਕਸ਼ਨ ਜਿਹੜੀ ਉਹ ਘਟਦੀ ਜਾ ਰਹੀ ਆ। ਪਹਿਲਾਂ ਜਿਹੜੇ 1.3 ਕਰੋੜ ਟਨ ਸੀਗੀ 1960-61 ਦੇ ਵਿੱਚ, ਅਤੇ ਇਹ ਜਿਹੜੀ ਸੀਗੀ ਇਹਦੇ ਵਿੱਚ ਜਿਹੜਾ ਇਨਕਰੀਜ਼ ਹੋਇਆ 1.4 ਕਰੋੜ ਟਨ, ਇਹ ਬਹੁਤ ਥੋੜ੍ਹਾ ਹੋਇਆ। ਅਨਫੋਰਚੂਨੇਟਲੀ ਜਿਹੜਾ ਦਾਲਾਂ ਵਾ ਇੱਕ ਪਰਸਨ ਦੇ ਦੁਆਰਾ ਹੁਣ ਜੇਕਰ 1 ਹੈਕਟੇਅਰ ਦੇ ਵਿੱਚ ਬੀਜਦੇ ਸੀ ਤਾਂ ਉਹਦਾ ਹਾਫ ਹੀ ਰਹਿ ਗਿਆ ਅਤੇ ਏਰੀਆ ਜਿਹੜਾ ਵਾ ਉਹ ਡਿਕਰੀਜ਼ ਹੁੰਦਾ ਗਿਆ। ਅਤੇ ਇਸ ਕਰਕੇ ਜਿਹੜਾ ਇਹ ਕਲਟੀਵੇਟਰ ਇਹਨਾਂ ਦੀ ਜਗ੍ਹਾ 'ਤੇ ਜਿਹੜੇ ਆ ਮੋਰ ਜਿੱਥੋਂ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਸੀ ਅਤੇ ਜ਼ਿਆਦਾ ਪੈਸੇ ਮਿਲਦੇ ਸੀ ਉਹ ਯੂਜ਼ ਕਰਨ ਲੱਗ ਗਏ, ਜਿਵੇਂ ਰਾਈਸ ਅਤੇ ਹੋਰ ਸਾਰੀਆਂ ਚੀਜ਼ਾਂ। ਅਤੇ ਹੁਣ ਇਹਦੀ ਡਿਕਰੀਜ਼ ਹੋ ਕੇ 34 ਲੱਖ ਹੈਕਟੇਅਰ ਤੱਕ ਹੀ ਦਾਲਾਂ ਸੀਮਿਤ ਰਹਿ ਗਈਆਂ। ਉਸ ਤੋਂ ਬਾਅਦ ਹੈ ਲੋ ਪ੍ਰੋਡਕਸ਼ਨ ਆਫ ਦੀ ਆਇਲ ਸੀਡ। ਜਿਹੜੇ ਤੇਲ ਬੀਜ ਨੇ ਉਹਨਾਂ ਦੀ ਪ੍ਰੋਡਕਸ਼ਨ ਵੀ ਘਟਦੀ ਜਾ ਰਹੀ ਸੀ। ਇਹਦੇ ਆਪੋਜ਼ਿਟ ਜਿਹੜਾ ਸੀਗਾ ਦਾਲਾਂ ਦੇ ਆਪੋਜ਼ਿਟ ਇਹ ਵੀ ਹੁੰਦਾ ਗਿਆ। ਇਹਦੇ ਨਾਲ ਇਨਕਰੀਜ਼ ਜਿਹੜਾ ਏਰੀਆ ਸੀਗਾ ਤੇਲ ਸੀਡ ਦਾ ਉਹ ਵਧਿਆ ਜ਼ਰੂਰ, ਬਟ 1960-61 ਦੇ ਵਿੱਚ ਜਿਹੜਾ 1.4 ਕਰੋੜ ਅਸੀਂ ਹੈਕਟੇਅਰ ਵਿੱਚ ਬੀਜਦੇ ਸੀ ਅਤੇ ਹੌਲੀ ਹੌਲੀ ਜਿਹੜਾ 2002 ਅਤੇ 2001 ਦੇ ਵਿੱਚ ਇਹ 2.32 ਹੋ ਗਿਆ ਅਤੇ ਹੌਲੀ ਹੌਲੀ ਜਿਹੜੀ ਇਹਦੀ ਪ੍ਰੋਡਕਸ਼ਨ ਜਿਹੜੀ ਆ ਉਹ 2 ਫੋਲਡ ਹੋਣ ਲੱਗੀ ਅਤੇ ਸ਼ਾਰਟੇਜ ਹੋਣ ਲੱਗ ਗਈ ਆਇਲ ਸੀਡ ਦੀ। ਤਾਂ ਇਹਦੀ ਡਿਮਾਂਡ ਜਿਹੜੀ ਆ ਉਹ 5% ਤੋਂ ਇਨਕਰੀਜ਼ ਹੋ ਗਈ ਅਤੇ 2% ਜਿਹੜੀ ਇਹਦੀ ਪਾਪੂਲੇਸ਼ਨ ਇਨਕਰੀਜ਼ ਦੇ ਕਰਕੇ ਵੀ ਇਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਨੇ ਉਹ ਫੇਸ ਆਊਟ ਕਰਨੀਆਂ ਪਈ ਅਤੇ ਆਇਲ ਸ਼ੀਡ ਵੀ ਜਿਹੜੇ ਨੇ ਹੁਣ ਜ਼ਿਆਦਾ ਘੱਟ ਹੀ ਬੀਜਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਜੀ ਵਟ ਆਰ ਦੀਆਂ ਮੇਨ ਪ੍ਰੋਬਲਮਸ ਆਫ ਦੀ ਇੰਡੀਅਨ ਐਗਰੀਕਲਚਰ। ਇੰਡੀਅਨ ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ। ਮੇਨ ਇਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਪ੍ਰੋਬਲਮਸ ਦੱਸੀਆਂ ਗਈਆਂ ਨੇ, ਸਭ ਤੋਂ ਵੱਡੀ ਹੈ ਵੀ ਜਿਹੜੀ ਸਾਡੀ ਸੋਇਲ ਇਰੀਸ਼ਨ ਆ, ਵੀ ਇੱਥੇ ਕੁਛ ਕੁ ਏਰੀਆ ਇਹੋ ਜਿਹਾ ਵਾ ਜਿੱਥੇ ਕੀ ਆ ਮਿੱਟੀ ਦਾ ਜਿਹੜਾ ਭੂ-ਖੋਰ ਆ ਉਹ ਹਲੇ ਚੱਲਦਾ ਹੀ ਰਹਿੰਦਾ ਅਤੇ ਫੋਰੈਸਟ ਜਿਹੜੇ ਨੇ ਉਹ ਬਹੁਤ ਜ਼ਿਆਦਾ ਘੱਟ ਨੇ। ਦੂਜਾ ਕੀ ਆ ਮੋਸਟ ਆਫ ਦੀ ਜਿਹੜੇ ਕੁਛ ਕੁ ਅਜਿਹੇ ਲੈਂਡ ਵੀ ਨੇ ਜਿੱਥੇ 1 ਲੱਖ ਹੈਕਟੇਅਰ ਇੱਦਾਂ ਦਾ ਵਾ ਜਿਹੜਾ ਕਿ ਫਿਰੋਜ਼ਪੁਰ ਡਿਸਟ੍ਰਿਕਟ ਸਾਈਡ ਆ, ਜਿਹੜਾ ਕਿ ਜ਼ਿਆਦਾਤਰ ਜਿਹੜਾ ਵਾ ਖਰਾਬ ਹੀ ਹੁੰਦੀਆਂ ਨੇ ਉਹਦੇ ਵਿੱਚ ਫਸਲਾਂ। ਮੋਸਟ ਆਫ ਦੀ ਜਿਹੜੇ ਫਾਰਮਡ ਨੇ ਉਹ ਜ਼ਿਆਦਾਤਰ ਪੜ੍ਹੇ ਲਿਖੇ ਨਹੀਂ ਹੈਗੇ ਅਤੇ ਉਹਨਾਂ ਨੂੰ ਇੰਨੀ ਜ਼ਿਆਦਾ ਪ੍ਰੈਕਟਿਸ ਨਹੀਂ ਹੈਗੀ ਵੀ ਕਿਸ ਤਰੀਕੇ ਨਾਲ ਸਾਰੀਆਂ ਫਸਲਾਂ ਬੀਜਣੀਆਂ ਚਾਹੀਦੀਆਂ। ਤਾਂ ਇਹ ਬਹੁਤ ਵੱਡੀ ਪ੍ਰੋਬਲਮ ਆ ਅਤੇ ਉਹ ਇੱਕ ਹੀ ਫਸਲਾਂ ਜਿਹੜੀਆਂ ਨੇ ਉਹ ਬੀਜੀ ਜਾਂਦੇ ਹੁੰਦੇ, ਜਿਹਦੇ ਨਾਲ ਫਰਟੀਲਿਟੀ ਉਹ ਵੀ ਖਰਾਬ ਹੋ ਜਾਂਦੀ ਆ। ਲੈਂਡ ਦਾ ਜਿਹੜਾ ਯੂਜ਼ ਆ ਹੁਣ ਜਿਹੜਾ ਨੋਨ ਐਗਰੀਕਲਚਰ ਪਰਪਜ਼ ਲਈ ਵੱਧਦਾ ਜਾ ਰਿਹਾ ਵਾ ਅਤੇ ਹੁਣ ਜਿਹੜੀ ਲੈਂਡ ਹੋਲਡਿੰਗ ਆ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਛੋਟੀ ਆ ਅਤੇ ਇੱਥੇ ਜ਼ਿਆਦਾ ਆਰਥਿਕ ਤੌਰ 'ਤੇ ਜ਼ਿਆਦਾ ਵਿਕਸਿਤ ਨਹੀਂ ਹੈਗੇ ਅਤੇ ਉਹਨਾਂ ਦੀ ਸੇਵਿੰਗ ਬਹੁਤ ਘੱਟ ਆ। ਤਾਂ ਕਰਕੇ ਉਹਨਾਂ ਨੂੰ ਜਿਹੜੀਆਂ ਮਹਿੰਗੀਆਂ ਜਿਹੜੀਆਂ ਫਰਟੀਲਾਈਜ਼ਰਸ ਨੇ ਉਹ ਖਰੀਦਣੀਆਂ ਪੈਂਦੀਆਂ ਨੇ। ਗਰਾਊਂਡ ਵਾਟਰ ਜਿਹੜਾ ਵਾ ਹੌਲੀ ਹੌਲੀ ਘਟਦਾ ਜਾ ਰਿਹਾ ਅਤੇ ਇਹਦੇ ਨਾਲ ਫਰਟੀਲਿਟੀ ਦੀਆਂ ਹੋਰ ਵੀ ਪ੍ਰੋਬਲਮ ਜਿਹੜੀਆਂ ਨੇ ਉਹ ਰਾਈਜ਼ ਹੁੰਦੀਆਂ ਜਾ ਰਹੀਆਂ ਨੇ। 25ਵਾਂ ਕੁਐਸਚਨ ਹੈ ਐਕਸਪਲੇਨ ਟੂ ਦੀ ਚੇਂਜ ਆਫ ਹੈਜ਼ ਬੀਨ ਅਕਰ ਇਜ਼ ਰੈਪਿਡਲੀ ਟੂ ਦੀ ਡਿਵਰਸੀਫਿਕੇਸ਼ਨ ਆਫ ਦੀ ਕ੍ਰੌਪ ਰੋਟੇਸ਼ਨ ਆਫਟਰ ਦੀ ਗ੍ਰੀਨ ਰੈਵੋਲਿਊਸ਼ਨ। ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿਹੜੀਆਂ ਸਾਡੀਆਂ ਐਗਰੀਕਲਚਰ ਦੇ ਵਿੱਚ ਜਿਹੜੀਆਂ ਚੇਂਜਿਸ ਆਉਂਦੀਆਂ ਹੁੰਦੀਆਂ ਸੀਗੀਆਂ ਉਹ ਚੇਂਜਿਸ ਦੇ ਬਾਰੇ ਤੁਸੀਂ ਦੱਸਣੀਆਂ ਨੇ ਵੀ ਕਿੰਨੀਆਂ ਰੋਟੇਟ ਹੋਈਆਂ। ਵੀ ਜਿਵੇਂ ਜਿਵੇਂ ਸਾਡੀ ਜਿਹੜੀ ਕ੍ਰੌਪ ਰੋਟੇਸ਼ਨ ਸੀਗੀ ਯਾਨੀ ਕਿ ਫਸਲਾਂ ਦਾ ਚੱਕਰ ਜਿਹੜਾ ਸੀਗਾ ਉਹ ਗ੍ਰੀਨ ਰੈਵੋਲਿਊਸ਼ਨ ਤੋਂ ਬਾਅਦ ਜਿਹੜਾ ਹੋਰ ਵੀ ਚੇਂਜ ਹੋ ਗਿਆ। ਇਹਦੇ ਨਾਲ ਸਾਡੀ ਜਿਹੜੇ ਕੁਝ ਕੁ ਏਰੀਆ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਜਿਹੜੀ ਸੀ ਉਹ ਹੋਰ ਵੀ ਵਧੀ ਗ੍ਰੀਨ ਰੈਵੋਲਿਊਸ਼ਨ ਕਰਕੇ, ਜਿਵੇਂ ਪੰਜਾਬ, ਹਰਿਆਣਾ ਅਤੇ HP ਯਾਨੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ। ਅਤੇ ਐਗਰੀਕਲਚਰ ਪ੍ਰੋਡਕਸ਼ਨ ਜਿਹੜੀ ਸੀ ਉਹ ਡਿਕਰੀਜ਼ ਹੋਣੀ ਸ਼ੁਰੂ ਹੋ ਗਈ। ਜਿਹੜੇ ਟਰਡੀਸ਼ਨਲ ਰਾਈਜ਼ ਏਰੀਆ ਸੀਗੇ ਜਿਵੇਂ ਈਸਟ ਦੇ ਵਿੱਚ ਉਹਨਾਂ ਵਿੱਚ ਘਟਣੀ ਸ਼ੁਰੂ ਹੋ ਗਈ। ਅਤੇ ਹੁਣ ਜਿਹੜੇ ਐਗਰੀਕਲਚਰ ਡਿਵੈਲਪਮੈਂਟ ਹੋਣ ਦੇ ਕਰਕੇ ਕੁਛ ਕੁ ਏਰੀਏ ਬਹੁਤ ਜ਼ਿਆਦਾ ਇਫੈਕਟਡ ਹੋਏ ਅਤੇ ਉਹ ਕਾਫੀ ਜ਼ਿਆਦਾ ਸਿਗਨੈਂਟ ਹੋ ਗਏ। ਇਹਨਾਂ ਦੀ ਪ੍ਰੋਬਲਮ ਨੂੰ ਮੀਟ ਕਰਨ ਦੇ ਲਈ ਜਿਹੜੇ ਫਾਰਮਰ ਸੀਗੇ ਉਹਨਾਂ ਨੇ ਨਵਾਂ ਸਿਸਟਮ ਅਪਣਾਇਆ ਕ੍ਰੌਪ ਰੋਟੇਸ਼ਨ ਦਾ, ਜਿਹੜਾ ਕਿ ਡਿਫਰੈਂਟ ਏਰੀਆ ਦੇ ਵਿੱਚ ਸੀ। ਜਿਵੇਂ ਪੰਜਾਬ ਨੇ ਅਡੋਪਟ ਕੀਤਾ ਵੀਟ ਅਤੇ ਰਾਈਜ਼ ਰੋਟੇਸ਼ਨ ਦਾ, ਯੂਪੀ ਨੇ ਟੇਕ ਓਵਰ ਕੀਤਾ ਵੀਟ ਅਤੇ ਸ਼ੂਗਰ ਕੇਨ ਦਾ। ਅਤੇ ਇਹਦੇ ਨਾਲ ਕੀ ਆ ਵੀ ਜਿਹੜੀਆਂ ਮੇਨ ਸਟੇਟਸ ਨੂੰ ਪ੍ਰੋਬਲਮ ਆਉਂਦੀਆਂ ਨੇ ਉਹਨੂੰ ਖਤਮ ਕੀਤਾ ਜਾ ਸਕੇ। ਉਸ ਤੋਂ ਬਾਅਦ 26th ਕੁਐਸਚਨ ਆਈ ਐਕਸਪਲੇਨ ਦੀ ਇਫੈਕਟ ਆਫ ਟੂ ਦੀ ਹੈਜ਼ ਬੀਨ ਅਕਰ ਟੂ ਦੀ ਐਗਰੀਕਲਚਰ ਡਿਊ ਟੂ ਦੀ ਲੋ
ਪਬਲਿਕ ਸੈਕਟਰ ਇਨਵੈਸਟਮੈਂਟ ਇਨ ਐਗਰੀਕਲਚਰ ਡਿਊਰਿੰਗ ਦ ਰੀਸੈਂਟ ਈਅਰ। ਕੁਝ ਕਿਹੜੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਿਆਦਾਤਰ ਐਗਰੀਕਲਚਰ ਦੇ ਵਿੱਚ ਹੋਈਆਂ, ਕਿਉਂਕਿ ਹੁਣ ਐਗਰੀਕਲਚਰ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਉਹ ਘਟਦੀ ਜਾ ਰਹੀ ਆ। ਸਭ ਨੂੰ ਪਤਾ ਵੀ ਐਗਰੀਕਲਚਰ ਦੇ ਵਿੱਚ ਇਨਵੈਸਟਮੈਂਟ ਘਟਦੀ ਜਾ ਰਹੀ ਆ ਪਬਲਿਕ ਸੈਕਟਰ ਦੁਆਰਾ, ਕਿਉਂਕਿ ਉਹਦੇ ਵਿੱਚ ਕੁਝ ਕੁ ਰੀਜ਼ਨ ਨੇ, ਜਿਵੇਂ ਉਹਨਾਂ ਦੀ ਸਿੰਜਾਈ ਦੇ ਸਾਧਨ ਜਿਹੜੇ ਨੇ ਉਹ ਕੁਝ ਜ਼ਿਆਦਾ ਵਧੀਆ ਹੈ ਨਹੀਂ, ਲੋਨ ਓਪਰਚੁਨਿਟੀ ਜਿਹੜੀਆਂ ਫਾਰਮਰਸ ਨੂੰ ਉਹ ਘੱਟ ਨੇ, ਤਾਂ ਕਰਕੇ ਉਹਨਾਂ ਨੂੰ ਪਰਚੇਜ਼ ਕਰਨੀਆਂ ਪੈਂਦੀਆਂ ਨੇ ਜਿਹੜੇ ਵੀ ਇਕਵਿਪਮੈਂਟ ਨੇ ਉਹਨਾਂ ਨੂੰ ਜ਼ਿਆਦਾ ਕੋਸਟ ਦੇ ਉੱਤੇ ਕਰਨੇ ਪੈਂਦੇ ਆ। ਅਤੇ ਐਗਰੀਕਲਚਰ ਜਿਹੜੇ ਨੋਰਮਸ ਨੇ ਉਹ ਇੰਨੇ ਜ਼ਿਆਦਾ ਵਧੀਆ ਨਹੀਂ ਹੈਗੇ, ਅਤੇ ਸਾਡੀਆਂ ਨੋਨ ਐਗਰੀਕਲਚਰ ਪਰਪਜ਼ ਲਈ ਜਿਹੜੀ ਲੈਂਡ ਆ ਉਹ ਜ਼ਿਆਦਾਤਰ ਯੂਜ਼ ਕਰਨ ਲੱਗੇ, ਤਾਂ ਕਰਕੇ ਹੁਣ ਜਿਹੜੀ ਫਰਟਾਈਲ ਲੈਂਡ ਆ ਜਾਂ ਕਲਟੀਵੇਟਡ ਲੈਂਡ ਆ ਉਹ ਘਟਦੀ ਜਾ ਰਹੀ ਆ। 27th ਕੁਐਸਚਨ ਹੈ, ਵਟ ਆਰ ਦੀ ਇੰਡੀਕੇਸ਼ਨ that to the depletes of the Indian agricultures advancing towards the commercial agricultural living behind the subsistence types of agriculture। ਕੀ ਅਜਿਹੇ ਇੰਡੀਕੇਸ਼ਨ ਸਾਨੂੰ ਦੇਖਣ ਨੂੰ ਮਿਲੇ ਭਾਰਤੀ ਖੇਤੀ ਦੇ ਵਿੱਚ ਜਿਹੜੇ ਕਿ ਉਹਦੇ ਵਪਾਰਿਕ ਖੇਤੀ ਨੂੰ ਜਿਹੜਾ ਵਾ ਇਫੈਕਟ ਕਰਨੀਆਂ ਸ਼ੁਰੂ ਹੋਈਆਂ। ਦੇਖੋ, ਸਬਸਟੈਂਸਿਵ ਫਾਰਮਿੰਗ ਜਿਹੜੀ ਸੀ ਉਹਦਾ ਮੇਨ ਰੀਜ਼ਨ ਸੀਗਾ ਵੀ ਜਿਹੜੀਆਂ ਕ੍ਰੌਪ ਸੀਗੀਆਂ ਲੋਕਲ ਏਰੀਆ ਦੀ ਕੰਜ਼ੰਪਸ਼ਨ ਦੇ ਅਕੋਰਡਿੰਗ ਹੀ ਬਣਾਈਆਂ ਜਾਂਦੀਆਂ ਸੀ, ਅਤੇ ਲੋਕ ਜਿਹੜੇ ਸੀ ਉਹ ਸਿਰਫ ਆਪਣੀ ਫੈਮਿਲੀ ਦਾ ਢਿੱਡ ਭਰਨ ਦੇ ਲਈ ਹੀ ਉਹ ਕਰਦੇ ਸੀਗੇ। ਬਟ ਇਨ ਦੀ ਦਿਖਾਇਆ ਗਿਆ ਵੀਟ ਦੀ ਪ੍ਰੋਡਕਸ਼ਨ ਦਿਖਾਈ ਗਈ ਇੰਡੀਆ ਦੇ ਵਿੱਚ। ਫਿਰ ਜਿਹੜੇ ਫਾਰਮਰਸ ਨੇ ਉਹ ਜ਼ਿਆਦਾਤਰ ਆਪਣੇ ਲੈਂਡ ਨੂੰ ਜਿਹੜਾ ਸੀਗਾ ਉਹ ਸੋਲਡ ਕਰਦੇ ਸੀ, ਜਾਂ ਉਹਨਾਂ ਚੀਜ਼ਾਂ ਨੂੰ ਸੋਲਡ ਕਰਕੇ ਤਾਂ ਕਰਕੇ ਉਹ ਸਰਪਲਸ ਲੈ ਸਕਣ। ਅਤੇ ਕੁਝ ਕੁ ਫੈਕਟਰ ਜਿਹੜੇ ਸੀ ਰਿਸਪੋਂਸੀਬਲ ਹੋਏ ਇੰਡੀਅਨ ਫਾਰਮਿੰਗ ਦੇ ਵਿੱਚ, ਜਿਹਦੇ ਕਰਕੇ ਸਬਸਟੈਂਸ ਫਾਰਮਿੰਗ ਤੋਂ ਸਾਨੂੰ ਕਮਰਸ਼ੀਅਲ ਫਾਰਮਿੰਗ ਦੇ ਵੱਲ ਜਾਣਾ ਪਿਆ। ਗੌਰਮੈਂਟ ਨੇ ਕੁਝ ਅਜਿਹੇ ਕਾਨੂੰਨ ਪਾਸ ਕੀਤੇ ਜਿਹਦੇ ਨਾਲ ਜ਼ਿਮੀਂਦਾਰੀ ਪ੍ਰਥਾ ਖਤਮ ਹੋ ਗਈ। ਚੱਕਬੰਦੀ ਦੇ ਨਾਲ ਜਿਹੜਾ ਕੁਝ ਜਿਹੜੇ ਛੋਟੇ ਛੋਟੇ ਲੈਂਡ ਸੀਗੇ ਉਹਨਾਂ ਨੂੰ ਇਕੱਠਾ ਕੀਤਾ ਗਿਆ, ਤਾਂ ਜੋ ਕੀ ਆ ਵੀ ਇੱਕ ਵੱਡੀ ਲੈਂਡ ਦੇ ਉੱਤੇ ਖੇਤੀ ਕੀਤੀ ਜਾ ਸਕੇ। ਕੋਆਪਰੇਟਿਵ ਮੂਵਮੈਂਟ ਸਟਾਰਟ ਹੋਈਆਂ, ਜਿਹਦੇ ਨਾਲ ਫਾਰਮਰਸ ਨੂੰ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਨੂੰ ਟੈਕਲ ਕੀਤਾ ਗਿਆ, ਅਤੇ ਮਾਰਕੀਟਿੰਗ ਦੀਆਂ ਪ੍ਰੋਬਲਮ ਨੂੰ ਸੋਲਵ ਕੀਤਾ ਗਿਆ। ਨੈਸ਼ਨਲ ਬੈਂਕਸ ਦੁਆਰਾ ਜਿਹੜੇ ਲੋਨ ਪ੍ਰੋਵਾਈਡ ਕਰਨ ਲੱਗੇ ਫਾਰਮਰਸ ਨੂੰ ਇੱਕ ਈਜ਼ੀ ਟਰਮਸ ਦੇ ਨਾਲ। ਅਤੇ ਐਗਰੀਕਲਚਰ ਜਿਹੜਾ ਪ੍ਰਾਈਸ ਕਮਿਸ਼ਨ ਆ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਉਹ ਹਰੇਕ ਫਸਲ ਦੇ ਉੱਤੇ ਲਗਾਇਆ, ਜਿਹਦੇ ਨਾਲ ਕਸਟਮਰ ਜਿਹੜਾ ਫਾਰਮਰ ਸੀ ਉਹਨੂੰ ਇੱਕ ਸਹੀ ਪ੍ਰਾਈਸ ਮਿਲ ਸਕੇ ਉਹਦੀਆਂ ਫਸਲਾਂ ਦਾ। ਇਹ ਦਿਖਾਇਆ ਗਿਆ ਵਾ ਦਾਲਾਂ ਦਾ ਪ੍ਰੋਡਕਸ਼ਨ ਦੇ ਬਾਰੇ। ਉਸ ਤੋਂ ਬਾਅਦ ਹੈ, ਆਫਟਰ ਟੂ ਕੰਪੇਅਰਿੰਗ ਟੂ ਦੀਆਂ ਲੈਂਡ ਯੂਜ਼ ਆਫ ਦੀਆਂ ਪੈਟਰਨ ਆਫ ਦੀਆਂ ਪੰਜਾਬ ਵਿਦ ਇੰਡੀਆ ਹਾਈਲਾਈਟ ਟੂ ਦੀਆਂ ਸਪੈਸ਼ਲ ਫੀਚਰ। ਹੁਣ ਦੱਸਣਾ ਵੀ ਇੰਡੀਆ ਨੂੰ ਕੰਪੇਅਰ ਕਰਨਾ ਵਾ ਦੂਸਰੀ ਚੀਜ਼ਾਂ ਦੇ ਨਾਲ, ਅਤੇ ਦੇਖਣਾ ਵਾ ਵੀ ਇੰਡੀਆ ਦੇ ਕੀ ਕੀ ਫੀਚਰ ਜਿਹੜੇ ਅਰਾਈਜ਼ ਹੋਏ। ਦੇਖੋ, ਜਿਹੜਾ ਡਾਟਾ ਰਿਗਾਰਡਿੰਗ ਆ ਲੈਂਡ ਯੂਜ਼ ਦੇ ਵਿੱਚ 50.3 ਲੱਖ ਹੈਕਟੇਅਰ ਆ ਪੰਜਾਬ ਦੇ ਵਿੱਚ ਅਵੇਲੇਬਲ ਹੋਇਆ। 99% ਜਿਹੜਾ ਟੋਟਲ ਏਰੀਆ ਵਾ, ਅਤੇ ਇਹ ਜਿਹੜਾ ਲੈਂਡ ਯੂਜ਼ ਕੀਤਾ ਗਿਆ ਇੰਡੀਆ ਦੇ ਵਿੱਚ ਉਹ ਥੱਲੇ ਆ। ਜਿਵੇਂ ਨੈਟ ਸਨੋ ਏਰੀਆ ਜਿਹੜਾ ਵਾ ਪੰਜਾਬ ਦੇ ਵਿੱਚ 82.2% ਆ, ਜਿਹੜਾ ਕਿ ਇੰਡੀਆ ਦੇ ਵਿੱਚ ਕਿੰਨਾ ਵਾ 47% ਆ। ਉਸ ਤੋਂ ਬਾਅਦ ਹੈ ਵੀ 5.7% ਜਿਹੜਾ ਫੋਰੈਸਟ ਏਰੀਆ ਵਾ ਉਹ ਪੰਜਾਬ ਦੇ ਵਿੱਚ ਆ, ਬਟ ਇੰਡੀਆ ਦੇ ਵਿੱਚ 22.7% ਆ। ਅਕੋਰਡਿੰਗ ਟੂ ਸਾਇੰਟੀਫਿਕ ਨੋਰਮ ਜਿਹੜੀ ਐਡੀਸ਼ਨਲ ਲੈਂਡ ਆ ਉਹ ਸਾਡੇ ਕੋਲ 27% ਆ, ਬਟ ਜਿਹੜੀ ਫੋਰੈਸਟ ਜਿਹੜੀ ਇੰਡੀਆ ਦੇ ਵਿੱਚ ਉਹ ਬਹੁਤ ਜ਼ਿਆਦਾ ਘੱਟ ਆ। 8.2 ਲੈਂਡ ਜਿਹੜੀ ਆ ਉਹ ਨੋਨ ਐਗਰੀਕਲਚਰ ਪਰਪਜ਼ ਲਈ ਯੂਜ਼ ਕੀਤੀ ਜਾਂਦੀ ਹੈ, ਅਤੇ 7% ਜਿਹੜੀ ਇੰਡੀਆ ਦੇ ਵਿੱਚ ਇਹ ਨੋਨ ਐਗਰੀਕਲਚਰ ਪਰਪਜ਼ ਲਈ ਯੂਜ਼ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ 1.15% ਜਿਹੜਾ ਵਾ ਬੈਰਲ ਦੇ ਲਈ ਯੂਜ਼ ਕੀਤਾ ਜਾਂਦਾ, ਅਤੇ 6.2% ਜਿਹੜਾ ਵਾ ਉਹ ਇੰਡੀਆ ਦੇ ਵਿੱਚ ਯੂਜ਼ ਕੀਤਾ ਜਾਂਦਾ। ਕਲਟੀਵੇਟਡ ਲੈਂਡ ਜਿਹੜੀ ਕਿ ਵੇਸਟ ਲੈਂਡ ਵਿੱਚ ਆ 0.5% ਹੈ ਜਿਹੜੀ ਆ ਇੰਡੀਆ ਦੇ ਪੰਜਾਬ ਦੇ ਵਿੱਚ ਆ, ਅਤੇ 5% ਜਿਹੜੀ ਆ ਉਹ ਇੰਡੀਆ ਦੇ ਵਿੱਚ ਹੈਗੀ ਆ। 29th ਕੁਐਸਚਨ ਆ, while to the describe the change has been taking place in the sugarcane production area during to the present time also to the investigate this cause। ਹੁਣ ਅਸੀਂ ਇਹ ਐਕਸਪਲੇਨ ਕਰਨਾ ਵੀ ਕੀ ਚੇਂਜਸ ਆਈਆਂ ਜਿਹੜੇ ਗੰਨੇ ਦੀ ਪ੍ਰੋਡਕਸ਼ਨ ਦੇ ਵਿੱਚ ਕੁਝ ਕੁ ਏਰੀਆ ਦੇ ਵਿੱਚ ਹੁਣ ਪ੍ਰੈਜ਼ੈਂਟ ਏਅਰ ਦੇ ਵਿੱਚ, ਅਤੇ ਤੁਸੀਂ ਉਹਨੂੰ ਇਨਵੈਸਟੀਗੇਟ ਕਰਨਾ ਅਤੇ ਉਹਦੇ ਮੇਨ ਕਾਰਨ ਦੱਸਣੇ ਕੀ ਆ। ਹੁਣ ਦੇਖੋ, ਜਿਹੜਾ ਸ਼ੂਗਰ ਕੇਨ ਆ ਉਹ ਇੰਡੀਆ ਦਾ ਇੱਕ ਮੋਸਟ ਇੰਪੋਰਟੈਂਟ ਪਾਰਟ ਬਣ ਚੁੱਕਿਆ। 1960-61 ਦੇ ਵਿੱਚ ਜਿਹੜਾ ਕਿ ਸ਼ੂਗਰ ਕੇਨ ਜਿਹੜਾ ਸੀ ਉਹ ਸਿਰਫ 24 ਲੱਖ ਹੈਕਟੇਅਰ ਤੱਕ ਦੀ ਸੀਗਾ। 2002 ਅਤੇ 2001 ਦੇ ਵਿੱਚ ਇਹ ਵੱਧ ਕੇ ਕਿੰਨਾ ਹੋ ਗਿਆ 43 ਹੈਕਟੇਅਰ ਤੱਕ ਹੋ ਗਿਆ, 43 ਲੱਖ ਹੈਕਟੇਅਰ ਤੱਕ ਹੋ ਗਿਆ ਸੀ। ਉਸ ਤੋਂ ਬਾਅਦ ਹੈ ਵੀ ਜਿਹੜੀ ਪ੍ਰੋਡਕਸ਼ਨ ਜਿਹੜੀ ਹੈ ਇਨਕਰੀਜ਼ ਹੁੰਦੀ ਗਈ 12 ਕਰੋੜ ਤੱਕ, 12 ਕਰੋੜ ਟਨ ਲੱਖ ਤੋਂ 29.92 ਕਰੋੜ ਟਨ ਤੱਕ, ਅਤੇ ਜਿਹੜਾ ਯਾਰਡ ਹੈਕਟੇਅਰ ਹੈ ਹੌਲੀ ਹੌਲੀ ਇਨਕਰੀਜ਼ ਹੁੰਦਾ ਗਿਆ, ਅਤੇ ਇਹਦੀ ਕਲਟੀਵੇਟਡ ਲੈਂਡ 'ਤੇ ਟੋਟਲ ਪ੍ਰੋਡਕਸ਼ਨ ਜਿਹੜੀ ਉਹ ਵੱਧਦੀ ਸ਼ੁਰੂ ਹੋਈ। 3 ਐਲੀਮੈਂਟਸ ਜਿਹੜੇ ਨੇ ਜਿਹਦੇ ਕਰਕੇ ਜ਼ਿਆਦਾਤਰ ਇਨਕਰੀਜ਼ ਹੋਈ, ਜਿਵੇਂ ਫਸਟ ਹੈਗਾ ਵਾ there has to be a element to increase the ਮਾਰਕੀਟ ਪ੍ਰਾਈਸ। ਵੀ ਮਾਰਕੀਟ ਪ੍ਰਾਈਸ ਜਿਹੜਾ ਸ਼ੂਗਰ ਦਾ ਸੀ ਉਹ ਵਧਣਾ ਸ਼ੁਰੂ ਹੋਇਆ, ਤਾਂ ਕਰਕੇ ਇਹਦੇ ਵਿੱਚ ਜਿਹੜਾ ਸ਼ੂਗਰ ਦਾ ਪ੍ਰਾਈਸ ਜਿਹੜਾ ਵਾ ਉਹ ਵੀ ਵਧਣਾ ਸ਼ੁਰੂ ਹੋਇਆ। ਅਤੇ ਸਮ ਟਾਈਮ ਜਿਹੜਾ ਏਰੀਆ ਸੀ ਸ਼ੂਗਰ ਕੇਨ ਦਾ ਉਹ ਘਟਣਾ ਸ਼ੁਰੂ ਹੋਇਆ, ਕਿਉਂਕਿ ਇਹਦੇ ਵਿੱਚ ਬਿਮਾਰੀਆਂ ਅਤੇ ਅਨਫੇਵਰੇਬਲ ਵੈਦਰ ਸੀਗਾ, ਤਾਂ ਕਰਕੇ ਪ੍ਰੋਬਲਮ ਅਰਾਈਜ਼ਾਂ ਹੋਈਆਂ। 30th ਕੁਐਸਚਨ ਆ, ਵਟ ਐਫਰਟਸ ਹੈਜ਼ ਬੀਨ ਮੇਡ ਬਾਏ ਦੀ ਗੌਰਮੈਂਟ ਆਫ ਇੰਡੀਆ ਟੂ ਡਿਵੈਲਪ ਦੀ ਐਗਰੀਕਲਚਰ। ਹੁਣ ਕੇਂਦਰ ਸਰਕਾਰ ਨੇ ਕਿਹੜੇ ਅਜਿਹੇ ਐਫਰਟਸ ਕੀਤੇ ਨੇ ਜਾਂ ਅਜਿਹੀਆਂ ਉਪਰਾਲੇ ਕੀਤੇ ਨੇ ਜਿਹਦੇ ਨਾਲ ਐਗਰੀਕਲਚਰ ਨੂੰ ਡਿਵੈਲਪ ਕੀਤਾ ਜਾ ਸਕੇ ਇੰਡੀਆ ਦੇ ਵਿੱਚ।
ਬਹੁਤ ਸਾਰੇ ਨੇ, ਜਿਵੇਂ ਫਸਟ ਹੈਗਾ ਕੰਸੋਲੀਡੇਸ਼ਨ, ਵੀ ਜਿਹੜਾ ਪੰਜਾਬ ਗਵਰਨਮੈਂਟ ਆ ਉਹਨੇ 5 ਈਅਰ ਪਲਾਨ ਦੇ ਵਿੱਚ ਕੰਸੋਲੀਡੇਟ ਕੀਤਾ ਵੀ ਜਿਹੜੇ ਸਮਾਲ ਹੋਲਡਿੰਗ ਨੇ ਉਹਨਾਂ ਨੂੰ ਵੱਡੇ ਬਲਾਕ ਦਿੱਤੇ ਜਾਣ ਤਾਂ ਜੋ ਕੀ ਆ ਉਹ ਮਸ਼ੀਨੀ ਦੇ ਨਾਲ ਆਪਣੀ ਜਿਹੜੀ ਖੇਤੀ ਉਹ ਕਰ ਸਕਣ। ਸਪਲਾਈ ਦੀ ਕੁਆਲਿਟੀ ਸੀਡਸ ਵੀ ਵਧੀਆ ਬੀਜਾਂ ਦੀ ਪ੍ਰੋਵਾਈਡ ਕਰਵਾਏ ਗਏ ਐਗਰੀਕਲਚਰਸ ਨੂੰ ਜਾਂ ਫਾਰਮਰਸ ਨੂੰ ਤਾਂ ਜੋ ਕੀ ਆ ਉਹਦੀ ਆਪਣੀ ਪ੍ਰੋਡਕਸ਼ਨ ਨੂੰ ਵਧਾ ਸਕਣ। ਉਸ ਤੋਂ ਬਾਅਦ ਹੈ ਸਪਲਾਈ ਆਫ ਦੀ ਫਰਟੀਲਾਈਜ਼ਰ, ਉਹਨਾਂ ਨੇ ਜਿਹੜੇ ਬੀਜ ਨੇ ਜਾਂ ਕਹਿ ਦਿਓ ਵੀ ਪੈਸਟੀਸਾਈਡਸ, ਠੀਕ ਆ ਜੀ, ਖਾਦਾਂ ਪ੍ਰੋਵਾਈਡ ਕੀਤੀਆਂ ਅਤੇ ਚੀਪਸਟ ਰੇਟ ਦੇ ਉੱਤੇ ਕੈਮੀਕਲ ਖਾਦਾਂ ਤਾਂ ਜੋ ਕੀ ਆ ਵੀ ਉਹ ਆਪਣੀ ਡਿਮਾਂਡ ਜਿਹੜੀ ਕੈਮੀਕਲ ਦੀ ਆ ਉਹਨਾਂ ਨੂੰ ਪੂਰੀਆਂ ਕਰ ਸਕਣ ਡਿਫਰੈਂਟ ਫੈਕਟਰੀਜ਼ ਤੋਂ। ਅਤੇ ਮਾਡਰਨ ਮੀਨਸ ਆਫ ਦੀ ਐਗਰੀਕਲਚਰ ਦੇ ਨਵੇਂ ਸਾਧਨ ਅਤੇ ਨਵੇਂ ਯੰਤਰ ਜਾਂ ਮਸ਼ੀਨਾਂ ਨੂੰ ਦਿੱਤਾ ਗਿਆ ਤਾਂ ਜੋ ਕੀ ਆ ਉਹ ਨਵੇਂ ਤਰੀਕੇ ਨਾਲ ਖੇਤੀ ਕਰ ਸਕਣ। ਮੀਨਸ ਆਫ ਇਮੀਗ੍ਰੇਸ਼ਨ, ਵੀ ਜਿਹੜੇ ਸਿੰਜਾਈ ਦੇ ਸਾਧਨ ਨੇ ਉਹਨਾਂ ਨੂੰ ਵੀ ਡਿਵੈਲਪ ਕੀਤਾ। ਕੁਛ ਕੁ ਅਜਿਹੇ ਪ੍ਰੋਜੈਕਟ ਬਣਾਏ ਗਏ ਜਿਹੜੇ ਕਿ ਮਲਟੀਪਰਪਜ਼ ਬਣਾਏ ਗਏ ਜਿਹਦੇ ਨਾਲ ਪਾਣੀ ਤੇ ਦਰਿਆਵਾਂ ਦੀ ਜਿਹੜੀ ਵੀ ਜ਼ਰੂਰਤ ਆ ਉਹ ਪੂਰੀ ਕੀਤੀ ਗਈ, ਜਿਵੇਂ ਭਾਖੜਾ ਨੰਗਲ ਪ੍ਰੋਜੈਕਟ ਆ, दामोदर वैली ਜਿਹੜਾ ਕੋਆਪਰੇਸ਼ਨ ਹੈ। ਕੁਛ ਕੁ ਐਗਜ਼ਾਮਪਲ ਨੇ ਜਿਹਦੇ ਨਾਲ ਕੀ ਆ ਸਿੰਜਾਈ ਦੇ ਸਾਧਨਾਂ ਨੂੰ ਵੀ ਯੂਜ਼ ਕੀਤਾ ਜਾ ਸਕੇ। ਲਾਸਟ ਕੁਐਸਚਨ ਅੱਜ ਦੇ ਸੈਸ਼ਨ ਦਾ, ਗਿਵ ਦੀ ਇਨਫੋਰਮੇਸ਼ਨ ਆਫ ਦੀ ਰਿਗਾਰਡਿੰਗ ਆਫ ਦੀ ਪ੍ਰੋਬਲਮ ਰਾਈਜ਼ਿੰਗ ਡਿਊ ਟੂ ਦੀ ਰੀਜਨਲ ਇੰਬੈਲੈਂਸ ਆਫ ਟੂ ਦੀ ਪ੍ਰੋਡਕਟਿਵਿਟੀ। ਕੁਛ ਕੁ ਤੁਸੀਂ ਇਹ ਦੱਸਣੀਆਂ ਨੇ ਜਿਹੜੀਆਂ ਪ੍ਰੋਬਲਮ ਅਰਾਈਜ਼ ਹੋਈਆਂ ਸਾਡੇ ਇੰਡੀਆ ਦੇ ਵਿੱਚ ਇੰਬੈਲੈਂਸ ਜਿਹੜੀ ਆ ਐਗਰੀਕਲਚਰ ਪ੍ਰੋਡਕਸ਼ਨ ਦੀ। ਗ੍ਰੀਨ ਰੈਵੋਲਿਊਸ਼ਨ, ਹੁਣ ਸਭ ਨੂੰ ਪਤਾ ਵੀ ਜਦੋਂ ਹਰੀ ਕ੍ਰਾਂਤੀ ਆਈ ਤਾਂ ਸਾਡੀ ਜਿਹੜੀ ਐਗਰੀਕਲਚਰ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਬਹੁਤ ਜ਼ਿਆਦਾ ਇਫੈਕਟ ਹੋਇਆ। ਸਾਡੇ ਵਿੱਚ ਗ੍ਰੇਟਰ ਇਨਕਰੀਜ਼ ਹੋਇਆ ਖੇਤੀਬਾੜੀ ਦੇ ਵਿੱਚ, ਪੰਜਾਬ, ਹਰਿਆਣਾ, ਵੈਸਟ ਯੂਪੀ ਦੇ ਵਿੱਚ, ਅਤੇ ਅਦਰ ਹੈਂਡ ਜਿਹੜੇ ਹੋਰ ਵੀ ਸੀ ਉਹਨਾਂ ਦੇ ਪ੍ਰੋਡਕਸ਼ਨ ਜਿਹੜੀ ਆ ਉਹ ਟ੍ਰੈਡੀਸ਼ਨਲ ਰਾਈਸ ਦੇ ਏਰੀਆ ਜਿਹੜੇ ਸੀਗੇ, ਜਿਵੇਂ ਵੈਸਟ ਬੰਗਾਲ ਸੀ, ਅਸਾਮ ਸੀ, ਉੜੀਸਾ ਸੀ, ਬਿਹਾਰ ਸੀ, ਇਹਨਾਂ ਵਿੱਚ ਘਟਣਾ ਸ਼ੁਰੂ ਹੋਇਆ। ਅਤੇ ਹੌਲੀ ਹੌਲੀ ਜਿਹੜਾ ਇਹਦਾ ਰੀਜਨਲ ਇੰਬੈਲੈਂਸ ਹੋਣਾ ਜਿਹੜਾ ਸ਼ੁਰੂ ਹੋਇਆ ਅਤੇ ਹੌਲੀ ਹੌਲੀ ਇਹ ਸੈਗਨੈਂਟ ਏਰੀਆ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਵੀ ਫੈਲੀ। ਪ੍ਰੋਡਕਸ਼ਨ ਜਿਹੜੀ ਸੀ ਉਹ ਸਿਰਫ ਇਨਕਰੀਜ਼ ਹੀ ਨਹੀਂ ਹੋਈ 7th ਤੋਂ 8th ਟੈਕ ਤੱਕ, ਇਹਨੇ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ, ਜਿਵੇਂ ਫਾਰਮਰਸ ਨੂੰ ਜਿਹੜੀ ਪ੍ਰੈਕਟਿਸ ਕਰਨੀ ਪਈ, ਕ੍ਰੌਪ ਰੋਟੇਸ਼ਨ ਉਹਨਾਂ ਨੂੰ ਚੇਂਜ ਕਰਨੀ ਪਈ, ਜਾਣੀ ਕਿ ਆਪਣੀ ਫਸਲਾਂ ਦਾ ਜਿਹੜਾ ਚੱਕਰ ਸੀ ਉਹਨੂੰ ਚੇਂਜ ਕਰਨਾ ਪਿਆ। ਇਹਦੀ ਪ੍ਰੋਡਕਸ਼ਨ, ਜਿਵੇਂ ਦਾਲਾਂ ਦੀ ਪ੍ਰੋਡਕਸ਼ਨ ਸੀ ਉਹ 60.6 ਗ੍ਰਾਮਸ ਤੋਂ 38.5 ਗ੍ਰਾਮ ਪਰ ਪਰਸਨ ਜਿਹੜੀ ਸੀਗੀ ਉਹ ਵੱਧ ਗਈ। ਤਾਂ ਇਹ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਵੀ ਅਰਾਈਜ਼ ਹੋਈਆਂ ਅਤੇ ਇਹ ਪ੍ਰੋਬਲਮਸ ਦੇ ਨਾਲ ਕੀ ਹੋਇਆ, ਜਿਵੇਂ ਐਗਰੀਕਲਚਰ ਜਿਹੜੇ ਡਿਫਰੈਂਟ ਕ੍ਰੌਪਸ ਜਿਹੜੀਆਂ ਬੀਜੀਆਂ ਜਾਂਦੀਆਂ ਥਾਂ ਥਾਂ ਦੇ ਉੱਤੇ, ਤਾਂ ਉਹਨੇ ਬਹੁਤ ਸਾਰੀਆਂ ਪ੍ਰੋਬਲਮ ਅਰਾਈਜ਼ ਕੀਤੀਆਂ ਅਤੇ ਇਹਦੇ ਨਾਲ ਐਗਰੀਕਲਚਰ ਨੂੰ ਵੀ ਬਹੁਤ ਜ਼ਿਆਦਾ ਇਫੈਕਟ ਹੋਇਆ। ਇਹ ਸੀ ਸੈਸ਼ਨ। ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਦੇ ਨਾਲ ਜੁੜੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਮੇਰੇ ਲੈਕਚਰਸ ਨੂੰ ਧਿਆਨ ਨਾਲ ਸੁਣਨ ਦੇ ਲਈ ਤੁਹਾਡਾ ਅਤੇ ਤੁਹਾਡੇ ਸਪੋਰਟ ਕਰਨ ਦੇ ਲਈ ਮੈਂ ਥੈਂਕ ਯੂ ਸੋ ਮੱਚ। ਇਸੇ ਤਰੀਕੇ ਨਾਲ ਤੁਸੀਂ ਮੇਰੇ ਨਾਲ ਜੁੜੇ ਰਹੋ ਅਤੇ ਮੈਨੂੰ ਵੀ ਵਧੀਆ ਲੱਗੇ ਅਤੇ ਤੁਸੀਂ ਵੀ ਇਸੇ ਤਰੀਕੇ ਨਾਲ ਵਧੀਆ ਸਟੱਡੀ ਕਰਦੇ ਰਹੋ ਅਤੇ ਮੈਂ ਵੀ ਤੁਹਾਡੇ ਲਈ ਵਧੀਆ ਤੋਂ ਵਧੀਆ ਸੈਸ਼ਨ ਜਿਹੜਾ ਉਹ ਬਣਾਉਂਦਾ ਰਹੂੰਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।